वीडियो लेसन देख रहे सारे स्टूडेंट्स ਨੂੰ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਇਹ ਲੈਸਨ ਅੱਜ ਦਾ ਜਿਹੜਾ 10th ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। ਇਸ ਲੈਸਨ ਦੇ ਵਿੱਚ ਅਸੀਂ 10th ਕਲਾਸ ਦੇ ਮੈਥਮੈਟਿਕਸ ਦੇ 50 ਪਲੱਸ 50 ਤੋਂ ਜ਼ਿਆਦਾ ਕੁਐਸਚਨ ਜਿਹੜੇ 1 ਮਾਰਕ ਵਾਲੇ ਆਪਣੇ ਕੋਲ ਇੱਕ ਨੰਬਰ ਵਾਲੇ ਉਹ ਕਰਾਂਗੇ। ਠੀਕ ਹੈ, ਇੰਪੋਰਟੈਂਟ ਕੁਐਸਚਨਸ ਨੇ ਸਾਰੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਲੈਸਨ ਜਿਹੜਾ ਹੈ ਇਹਦੇ 'ਚ ਜਿੰਨੇ ਵੀ ਅਸੀਂ ਕੁਐਸਚਨਸ ਕਰਾਂਗੇ ਤੁਹਾਡੀ ਫਾਈਨਲ ਪ੍ਰੈਪਰੇਸ਼ਨ ਦੇ ਲਈ ਫਾਈਨਲ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ। ਠੀਕ ਹੈ, ਤਾਂ ਪੂਰੀ ਵੀਡੀਓ ਜ਼ਰੂਰ ਤੁਸੀਂ ਦੇਖਣੀ ਹੈ, ਹਰ ਇੱਕ ਕੁਐਸਚਨ ਨੂੰ ਨੋਟ ਵੀ ਕਰਨਾ ਹੈ ਤੇ ਇਹਦੇ ਨਾਲ ਦੇ ਰਿਲੇਟਡ ਕੁਐਸਚਨਸ ਹੋਰ ਵੀ ਆਪਣੇ ਕੋਲੋਂ ਜਿਹੜੇ ਟਰਾਈ ਕਰਕੇ ਦੇਖਣੇ ਨੇ। ਠੀਕ ਹੈ, ਤਾਂ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ 17/8 ਦਾ ਦਸ਼ਮਲਵ ਪ੍ਰਸਾਰ ਕਿਹੋ ਜਿਹਾ ਹੋਵੇਗਾ। 17/8 ਦਾ ਡੈਸੀਮਲ ਐਕਸਪੈਂਸ਼ਨ ਜਿਹੜਾ ਉਹ ਸਾਡੇ ਕੋਲ ਕਿਵੇਂ ਦਾ ਹੋਵੇਗਾ। ਠੀਕ ਹੈ, ਤੋ ਇਹ ਜਿਹੜਾ ਨੰਬਰ ਹੈ ਸਾਡੇ ਕੋਲ 17/8 ਜਦੋਂ ਵੀ ਸਾਨੂੰ ਵਟੇ 'ਚ ਦਿੱਤਾ ਹੋਵੇ ਤਾਂ ਜਿਹੜਾ ਹਰ ਹੁੰਦਾ ਆਪਣੇ ਕੋਲ ਡਿਨੋਮੀਨੇਟਰ ਹਮੇਸ਼ਾ ਅਸੀਂ ਇਹਨੂੰ ਪਹਿਲਾਂ ਦੇਖਣਾ ਹੈ ਕਿ ਇਹ ਸਾਡੇ ਕੋਲ ਕਿਸ ਟਾਈਪ ਦਾ। ਇਹਦੀ ਜਦੋਂ ਅਸੀਂ ਪ੍ਰਾਈਮ ਫੈਕਟਰਾਈਜੇਸ਼ਨ ਕਰਾਂਗੇ ਅਭਾਜ ਗੁਣਨ ਖੰਡੀਕਰਨ ਤਾਂ ਇਹਨੂੰ ਅਸੀਂ 2 ਗੁਣਾ 2 ਗੁਣਾ 2 ਲਿਖ ਸਕਦੇ ਹਾਂ 8 ਨੂੰ, ਹੈ ਨਾ। तो 17/2 ਦੀ ਘਾਤ ਸਾਡੇ ਕੋਲ 3 ਆ ਜਾਏਗਾ 2 raised to power 3। ਜਦੋਂ ਵੀ ਡਿਨੋਮੀਨੇਟਰ ਜਾਂ ਹਰ 2 ਗੁਣਾ 5 ਦੇ ਰੂਪ ਦੇ ਵਿੱਚ ਲਿਖਿਆ ਜਾ ਸਕਦਾ ਹੋਵੇ, ਜਿਹਦੇ ਵਿੱਚ ਜਿਹੜੀ 2 ਦੀ ਘਾਤ ਸਾਡੇ ਕੋਲ ਕੁਛ ਨਾ ਕੁਛ ਹੋਵੇ, 5 ਦੀ ਘਾਤ ਸਾਡੇ ਕੋਲ ਕੁਛ ਨਾ ਕੁਛ ਹੋਵੇ। ਇਹ ਜਿਹੜਾ m ਤੇ n ਹੈਗੇ ਆ ਇਹ ਸਾਡੇ ਕੋਲ ਜਿਹੜੇ ਪੂਰਨ ਸੰਖਿਆਵਾਂ ਹੋ ਸਕਦੇ ਆ ਜਾਂ ਅਸੀਂ ਇਹਨੂੰ ਹੋਲ ਨੰਬਰ ਜਿਵੇਂ ਕਹਿੰਦੇ ਆ। ਠੀਕ ਹੈ, ਪੂਰਨ ਸੰਖਿਆਵਾਂ मतलब m ਦੀ ਵੈਲਿਊ ਤੇ n ਦੀ ਵੈਲਿਊ 0 1 2 3 4 5 ਇਹਨਾਂ ਚੋਂ ਕੋਈ ਵੀ ਹੋ ਸਕਦੀ ਹੈ। ਠੀਕ ਹੈ, ਹੁਣ ਇਹਦੇ ਵਿੱਚ 2 ਦੀ ਪਾਵਰ 3 ਹੈ ਤੇ ਨਾਲ 5 ਦੀ ਪਾਵਰ ਸਾਡੇ ਕੋਲ ਕੀ ਹੈ 0, ਕਿਉਂਕਿ ਕਿਸੇ ਵੀ ਸੰਖਿਆ ਦੀ ਘਾਤ 0 ਮਤਲਬ 1 ਹੁੰਦਾ ਹੈ। ਠੀਕ ਹੈ, ਤਾਂ 8 ਨੂੰ ਅਸੀਂ ਲਿਖ ਸਕਦੇ ਹਾਂ 2 ਦੀ ਘਾਤ 3 ਗੁਣਾ 5 ਦੀ ਘਾਤ 0। ਤਾਂ ਜਦੋਂ ਵੀ ਅਸੀਂ ਡਿਨੋਮੀਨੇਟਰ ਨੂੰ ਜਾਂ ਹਰ ਨੂੰ ਇਸ ਫਾਰਮ 'ਚ ਲਿਖ ਸਕਦੇ ਹੋਈਏ, ਠੀਕ ਹੈ, ਤਾਂ ਉਸ ਵੇਲੇ ਜਿਹੜਾ ਸਾਡੇ ਕੋਲ ਇਹ ਦਸ਼ਮਲਵ ਪ੍ਰਸਾਰ ਹੈ ਉਹ ਸ਼ਾਂਤ ਹੁੰਦਾ ਹੈ। ਠੀਕ ਹੈ, ਕੀ ਹੁੰਦਾ ਹੈ शांत। ठीक, तो इस प्रमेय संख्या का इस रैशनल नंबर का जी डेसीमल एक्सपेंशन है जो साडे कोल शांत होएगी, जिन्हों असीं टर्मिनेटिंग डेसीमल एक्सपेंशन भी बोलते हैं। ठीक है, हुण नैक्सट क्वेश्चन देखो, इहदे विच सानूं 23/2 ਦੀ ਘਾਤ 3 ਤੇ 5 ਦੀ ਘਾਤ 2 ਦਿੱਤਾ ਹੋਇਆ ਹੈ। मतलब पहला ही साडे कोल जिहड़ा नंबर है वो इस फॉर्म दे विच जिहड़ा हर है वो साडे कोल इस फॉर्म दे विच हैगा। मतलब हर दे जिहड़े फैक्टर ने हर दे गुणनखंड ने वो साडे कोल 2 ते 5 सिर्फ यही ने, इन्हां तो इलावा कोई होर अभाज्य संख्या जिहड़ा इहदा फैक्टर नहीं है। ठीक है, तो इहदा दशमलव प्रसार भी जिहड़ा साडे कोल की होएगा शांत होएगा। ठीक, अगला सवाल साडे कोल है 6/15 प्रमेय संख्या एक दी गई है, इहदा असीं दशमलव प्रसार दसना है किवें दा होएगा। दशमलव प्रसार, दशमलव विस्तार या डेसीमल एक्सपेंशन। ठीक है, हुण इहदे च जिहड़ा 15 है 15 ਨੂੰ ਅਸੀਂ ਲਿਖ ਸਕਦੇ ਹਾਂ 3 ਗੁਣਾ 5। ठीक है, हुण इहदे च 3 एक्स्ट्रा आ गया, जबकि ਅਸੀਂ ਕੀ ਗੱਲ ਕਰਦੇ ਹੁੰਦੇ ਆ अगर 2 ਦੀ ਘਾਤ m ਤੇ 5 ਦੀ ਘਾਤ n ਹੋਵੇ ਹਰ, मतलब हर ਦੇ ਜਿਹੜੇ ਗੁਣਨਖੰਡ ਨੇ ਉਹਦੇ ਵਿੱਚ ਜਾਂ ਤੇ ਸਿਰਫ 2 ਆਂਦਾ ਹੋਵੇ ਜਾਂ 5 ਆਂਦਾ ਹੋਵੇ, ਫਿਰ ਜਿਹੜਾ ਦਸ਼ਮਲਵ ਪ੍ਰਸਾਰ ਹੈ ਉਹ ਸਾਡੇ ਕੋਲ ਸ਼ਾਂਤ ਹੁੰਦਾ ਹੈ। पर इत्थे विच हुण साडे कोल 3 आ गया। ठीक है, प्रमेय संख्या जिहड़ी अभाज्य संख्या 3 साडे कोल जिहड़ा गुणनखंड है 15 ਦਾ ਉਹ ਬਣਦਾ ਹੈ। तो 3 ਹੋਣ ਦੇ ਕਰਕੇ ਇਸ ਇਹਦਾ ਜਿਹੜਾ ਦਸ਼ਮਲਵ ਵਿਸਤਾਰ ਹੈ, ਦਸ਼ਮਲਵ ਪ੍ਰਸਾਰ ਹੈ ਉਹ ਸਾਡੇ ਕੋਲ ਅਸ਼ਾਂਤ ਆਵਰਤੀ ਹੋ ਜਾਏਗਾ। ठीक है, तो ਇਹਦਾ ਜਿਹੜਾ ਆਨਸਰ ਹੈ ਉਹ ਸਾਡੇ ਕੋਲ ਕੀ ਆਏਗਾ ਅਸ਼ਾਂਤ ਆਵਰਤੀ। ठीक है, नॉन टर्मिनेटिंग बट रिपीटिंग डेसिमल एक्सपेंशन। ठीक है, या नॉन टर्मिनेटिंग रैकरिंग ਆਪਾਂ ਬੋਲਦੇ ਹਾਂ ਇੰਗਲਿਸ਼ ਦੇ ਵਿੱਚ। ठीक है, ਇਹਦੇ ਚ ਆਪਾਂ ਇਹੀ ਸਿਰਫ ਆਨਸਰ ਦੇ ਵਿੱਚ ਲਿਖਣਾ ਹੈ। ਅਗਲਾ ਕੁਐਸਚਨ ਹੈ ਸਾਡੇ ਕੋਲ हर एक भाज संख्या ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਭਾਜ ਸੰਖਿਆਵਾਂ मतलब ਕੰਪੋਜ਼ਿਟ ਨੰਬਰ, ਅਭਾਜ ਸੰਖਿਆਵਾਂ मतलब ਪ੍ਰਾਈਮ ਨੰਬਰ। ਸਾਡੇ ਕੋਲ ਕੋਈ ਵੀ ਅਭਾਜ ਸੰਖਿਆ ਦਿੱਤੀ ਹੋਵੇ, ਜਿਵੇਂ 18 ਹੈ, ਇਹਨੂੰ ਅਸੀਂ ਅਭਾਜ ਸੰਖਿਆਵਾਂ ਦੇ ਗੁਣਨਖੰਡ ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ ਭਾਜ ਸੰਖਿਆ ਨੂੰ। ਠੀਕ ਹੈ, 18 ਭਾਜ ਹੈ ਤਾਂ ਇਹਨੂੰ ਅਸੀਂ ਲਿਖ ਸਕਦੇ ਹਾਂ 2 ਗੁਣਾ 3 ਗੁਣਾ 3। ठीक है, और ये 2 3 3 ये साडे कोल अभाज्य संख्यावां ने प्राइम नंबर्स ने। ठीक है, तो लिखा जा सकता है बिल्कुल सही है। अते ये गुणनखंड विलक्षण हुंदा है अते ये गुणनखंडन ये जिहड़ी फैक्टराइजेशन हुंदी है वो साडे कोल यूनीक हुंदी है। बिल्कुल सही है, 18 ਨੂੰ 2 ਗੁਣਾ 3 ਦੇ ਰੂਪ ਵਿੱਚ ਹੀ ਲਿਖਿਆ ਜਾ ਸਕਦਾ है। मतलब 1 2 ਤੇ 2 3
ठीक है ना। इन्हां नूं गुणा करांगे फिर ही साडे कोल 18 बनेगा। होर कोई अभाज्य संख्या इहदे विच ना तां वधाई जा सकदी है ना घटाई जा सकदी है, उहदे नाल साडे कोल उत्तर जिहड़ा ओह डिफरेंट आ जाएगा। ठीक है, तो बिल्कुल सही है। जिहड़ा इह गुणनखंडन हुंदा है, फैक्टराइजेशन हुंदा है, बिल्कुल यूनीक हुंदा है। ठीक है, विलक्षण हुंदा है। अगला साडे कोल सवाल है, 2 जमा वर्गमूल 5 एक अप्रमेय संख्या है। 2 प्लस स्क्वायर रूट ऑफ 5 इज एन इरेशनल नंबर। अप्रमेय संख्या मतलब इरेशनल नंबर, बिल्कुल सही है। ਜਿਹੜਾ ਸਾਡੇ ਕੋਲ स्क्वायर रूट 5 है ना, वर्गमूल 5 एक अप्रमेय संख्या ਹੁੰਦਾ है। 2 ਸਾਡੇ ਕੋਲ प्रमेय संख्या ਹੁੰਦਾ है। तो अगर ਇਹ ਕਿਸੇ प्रमेय संख्या और अप्रमेय संख्या ਦਾ ਅਸੀਂ ਜੋੜ ਕਰਦੇ ਹਾਂ ਤਾਂ ਸਾਡੇ ਕੋਲ ਜਿਹੜਾ ਉੱਤਰ ਹੈ ਉਹ ਵੀ अप्रमेय संख्या ही ਹੋਏਗਾ। ठीक है, तो ਇਹ ਸਾਡੇ ਕੋਲ अप्रमेय संख्या है, ਇਹਦਾ ਉੱਤਰ ਸਾਡੇ ਕੋਲ ਕੀ ਆਏਗਾ? सही, ट्रू। अगला क्वेश्चन ਸਾਡੇ ਕੋਲ है 3 गुणा वर्गमूल 5 गुणा 2 गुणा वर्गमूल 5 एक अप्रमेय संख्या है। ਇਹਦੇ ਚ ਹੁਣ ਸਾਡੇ ਕੋਲ 4 ਨੰਬਰ ਹੈ। 3 वर्गमूल 5 2 ਤੇ वर्गमूल 5 ਸਾਰੇ ਆਪਸ ਜਿਹੜੇ ਗੁਣਾ ਹੋਏ ਨੇ। तो 3 ਨੂੰ 2 ਦੇ ਨਾਲ ਗੁਣਾ ਕਰੀਏ ਸਾਡੇ ਕੋਲ 6 ਬਣ ਜਾਏਗਾ। ठीक है, और वर्गमूल 5 ਨੂੰ ਜੇਕਰ ਅਸੀਂ वर्गमूल 5 ਦੇ ਨਾਲ ਗੁਣਾ ਕਰਦੇ ਹਾਂ, वर्गमूल 5 ਕਿਸੇ ਵੀ ਸੰਖਿਆ ਦਾ ਜੇ वर्गमूल है स्क्वायर रूट है, ਉਹਦਾ ਮਤਲਬ ਹੁੰਦਾ ਉਹਦੀ ਪਾਵਰ ਜਿਹੜੀ ਹੈ ਉਹ ਸਾਡੇ ਕੋਲ 1/2 ਹੈ। ਘਾਤ 1/2। तो अगर आधार साडे कोल बराबर होण तो घातां नूं असीं जोड़ दिंदे हां, पावर्स नूं ऐड कर दिंदे हां। 1/2 प्लस 1/2 आ गया, तो ये साडे कोल बन गया 5 रेज़ टू पावर अद्धा ते अद्धा कितना हो गया 1। ठीक है, तो वर्गमूल 5 गुणा वर्गमूल 5 ये साडे कोल 5 दे बराबर है, तो ये बन गया 30। ठीक है, तो ये अप्रमेय संख्या नहीं है। ठीक है, तो अगर ये इत्थे लिखा गया कि एक अप्रमेय संख्या है तो ये साडे कोल गलत स्टेटमेंट है। ठीक है, ये एक प्रमेय संख्या है, सो इसका उत्तर क्या आएगा? गलत, फॉल्स। अगला सवाल है 0 जमा 120 0.120 1200 12000। ठीक है, पहले 120 है, फिर 1200, फिर 12000 है। देखने ਨੂੰ लगता हो सकता है कि ਇਹ ਜਿਹੜੀਆਂ ਸਾਡੇ ਕੋਲ ਟਰਮਸ ਨੇ, अंक ने, ये रिपीट हो रहे हैं, पर ये रिपीट नहीं हो रहे। पहले 120 आया, फिर 1200 आया, फिर 12000 आया, फिर ਅੱਗੇ ਜਿਹੜਾ ਆਪਣੇ ਕੋਲ 1,20,000 ਹੋ ਜਾਏਗਾ। ठीक है, तो ਇਹ ਜਿਹੜਾ ਦਸ਼ਮਲਵ ਵਿਸਤਾਰ ਹੈ ਇਹ ਅਸ਼ਾਂਤ ਵੀ ਹੈ ਤੇ ਅਣਆਵਰਤੀ ਵੀ ਹੈ। ठीक है, ना तो ये शांत हो रहा है क्योंकि अगे डॉट 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 लगे हुए ने, ਇਹਦਾ मतलब ਕੰਟੀਨਿਊਸਲੀ ਚੱਲ ਰਿਹਾ, ਤੇ ਅਣਆਵਰਤੀ ਵੀ ਹੈ, ਇਹ ਰਿਪੀਟ ਵੀ ਨਹੀਂ ਹੋ ਰਿਹਾ। ਇਹਦੇ ਚ ਨਵੀਆਂ ਟਰਮਸ ਜਿਹੜੀਆਂ ਉਹ ਆ ਰਹੀਆਂ ਨੇ। ਦੇਖਣ ਨੂੰ ਭਾਵੇਂ ਲੱਗਦਾ ਇੱਥੇ 12 ਹੈ 12 ਹੈ 12 ਹੈ, ਪਰ ਨਹੀਂ, ਪੂਰੀ ਸੰਖਿਆ ਅਗਰ ਅਸੀਂ ਦੇਖਾਂਗੇ ਤੇ ਇੱਥੇ 120 ਆਉਂਦਾ, ਫਿਰ 1200 ਆਉਂਦਾ, ਫਿਰ 12000 ਆਉਂਦਾ। ਠੀਕ ਹੈ, तो अशांत अणआवरती ਜਿਹੜਾ ਦਸ਼ਮਲਵ ਵਿਸਤਾਰ ਹੈ, ਡੈਸੀਮਲ ਐਕਸਪੈਂਸ਼ਨ नॉन टर्मिनेटिंग नॉन रिपीटिंग ਹੁੰਦੀ ਹੈ, ਅਪਰਮੇय संख्या ਦੀ ਹੁੰਦੀ ਹੈ। ठीक है, अप्रमेय संख्या या इरेशनल नंबर, तो ये साडे कोल अप्रमेय संख्या है या इरेशनल नंबर है। प्रमेय संख्या दा दशमलव विस्तार शांत जां शांत आवर्ती हुंदा है, अशांत आवर्ती सॉरी। ठीक है, या तो शांत हो जाता हुंदा है प्रमेय संख्या का दशमलव विस्तार, जिवें कि 10/2 ये साडे कोल 5 आ जाएगा। ठीक है, या आपां कह दईए कि 10/50 कर लो। ठीक है, इनू करोगे तो 0.2 आ जाएगा अपने कोल। या तो शांत हो जाता या फिर अशांत आवर्ती 10/3 कर लो, ये 3.33333 इवें चलता जाएगा अगे। इनू असीं 3.3 बार भी लिख देने। ठीक है, ये अशांत है पर आवर्ती है, मतलब ये मगर जी संख्या वो साडे कोल नंबर्स ने वो रिपीट होने, अंक जो रिपीट होने शुरू हो जाते। ठीक है, और ये मुक गया इत्थे, ये शांत है। सो या तो प्रमेय संख्या का जिहड़ा दशमलव विस्तार है वो शांत होंदा है, टर्मीनेटिंग होंदा है, या अशांत आवर्ती मीनस नॉन टर्मीनेटिंग बट रिपीटिंग डेसिमल एक्सपेंशन होंदा है। ठीक है, अप्रमेय संख्या का दशमलव प्रसार हुणे आपां पिछले क्वेश्चन करके आए हैं, अशांत ते अणआवर्ती होंदा है। ठीक है, नॉन टर्मीनेटिंग नॉन रिपीटिंग। हाँ जी, घात डैश ਦੇ ਬਹੁਪਦ ਨੂੰ ਰੇਖੀ ਬਹੁਪਦ ਕਹਿੰਦੇ ਹਨ। ਘਾਤ 1 ਦੇ ਬਹੁਪਦ ਨੂੰ ਰੇਖੀ ਬਹੁਪਦ ਕਹਿੰਦੇ ਹਨ, ਜਿੱਦਾਂ ਕਿ ਸਾਡੇ ਕੋਲ 2x + 3 ਹੋ ਜਾਏ। ਠੀਕ ਹੈ, ਜਾਂ 3x ਹੋ ਜਾਏ, ਜਾਂ 4y - 7 ਹੋ ਜਾਏ, ਜਿਹਦੇ ਵਿੱਚ ਜਿਹੜੀ ਚੱਲਦੀ ਘਾਤ ਹੈ ਉਹ ਸਾਡੇ ਕੋਲ ਕਿੰਨੀ ਹੋਵੇ? 1। ਇੱਥੇ x ਦੀ ਘਾਤ 1 ਹੈ, x ਦੀ ਘਾਤ 1 ਹੈ, ਇਹਦੇ 'ਚ y ਦੀ ਘਾਤ 1 ਹੈ। ਠੀਕ ਹੈ, ਸਾਡੇ ਕੋਲ 3 ਉਦਾਹਰਨਾਂ ਹੋ ਗਈਆਂ ਰੇਖੀ ਬਹੁਪਦ ਦੀਆਂ। ਰੇਖੀ ਬਹੁਪਦ ax + b ਦਾ ਸਿਫਰ ਪਤਾ ਕਰੋ। ਸੋ ਕਿਸੇ ਵੀ ਰੇਖੀ ਬਹੁਪਦ ਦਾ ਸਿਫਰ ਪਤਾ ਕਰਨਾ, ਉਹਦੇ ਲਈ ਕੀ ਕਰਾਂਗੇ ਅਸੀਂ? ax + b = 0 ਲਿਖ ਦਿਆਂਗੇ।
ठीक है। हुण इहदे विचों पहले तो b नूं दूजे पासे लै जाओ, साडे कोल -b हो जाएगा और फिर a नूं उधर डिवाइड कर दांगे, जदों इधर साडे कोल नंबर x दे नाल गुणा होया होवे, इहनूं दूजे पासे लैके जावांगे तो भाग करेगा, ठीक है। तो ये जिहड़ी साडे कोल कीमत आई है x बराबर -a/b, ये ही साडे कोल ax प्लस b दा सिफर है, दा सिफर -b/a है। हुण इहदा मतलब की हुंदा है? ਇਹਦਾ मतलब है अगर असी इस बहुपद ਦੇ ਵਿੱਚ x ਦੀ ਕੀਮਤ -b/a ਭਰਦੀ ਹੈ ਤਾਂ ਇਹ ਸਾਡੇ ਕੋਲ 0 ਹੋ ਜਾਏਗਾ। ਆਪਾਂ ਦੇਖ ਲੈਂਦੇ ਹਾਂ ax b ਹੈ ਨਾ, ਇਹਦੇ ਵਿੱਚ a ਦੀ ਜਗ੍ਹਾ ਤੇ ਅਸੀਂ ਅਗਰ -b/a ਭਰੀਏ ਤਾਂ ਕੀ ਬਣੇਗਾ ਸਾਡੇ ਕੋਲ, ਇਹਦੇ ਨਾਲ ਇਹ ਕੱਟਿਆ ਜਾਏਗਾ तो -b/b ਇਹ ਬਰਾਬਰ ਆ ਗਿਆ ਸਾਡੇ ਕੋਲ 0 ਦੇ, ਠੀਕ ਹੈ। तो ਇਹਦਾ मतलब -b/a ਇਸ ਰੇਖੀ ਬਹੁਪਦ ਦਾ ਸਿਫਰ ਹੈ, 0 ऑफ दिस पॉलीनोमियल, ठीक है, लीनियर पॉलीनोमियल। दो घाती बहुपद ਦਾ ग्राफ पैराबोलिक ਹੁੰਦਾ है, ठीक है, ਇਹਨੂੰ ਅਸੀਂ ਇੰਗਲਿਸ਼ ਪੈਰਾਬੋਲਿਕ ਬੋਲਦੇ ਆ। ਪੈਰਾਬੋਲਿਕ मतलब ਜਿਵੇਂ ਅਸੀਂ ਰੱਸੀ ਨੂੰ ਫੜ ਕੇ ਦੋਨੋਂ ਸਿਰਿਆਂ ਤੋਂ ਬੰਨ੍ਹਦੀ ਹੈ ਨਾ, ਤਾਂ ਉਹਨੂੰ ਜੇ ਇੱਦਾਂ ਛੱਡੀਏ ਤਾਂ ਨੀਚੇ ਇਸ ਢੰਗ ਦੇ ਨਾਲ ਸਾਡੇ ਕੋਲ ਸ਼ੇਪ ਬਣ ਜਾਂਦੀ ਹੈ। ਇਹ ਜਿਹੜੀ ਸ਼ੇਪ ਹੈ ਇਹਨੂੰ ਅਸੀਂ ਪੈਰਾਬੋਲਿਕ ਸ਼ੇਪ ਬੋਲਦੇ ਹਾਂ, ਠੀਕ। ਜੇਕਰ ਕਿਸੇ ਦੋ ਘਾਤੀ ਬਹੁਪਦ ਦਾ ਆਲੇਖ x ਧੁਰੇ ਨੂੰ ਕਿਤੇ ਵੀ ਨਹੀਂ ਘਟਦਾ ਤਾਂ ਉਸ ਦੋ ਘਾਤੀ ਬਹੁਪਦ ਦੇ ਸਿਫਰਾਂ ਦੀ ਗਿਣਤੀ 0 ਹੁੰਦੀ ਹੈ, ਠੀਕ ਹੈ, ਸਿਫਰ ਹੁੰਦੀ ਹੈ। ਅਗਰ ਦੋ ਘਾਤੀ ਬਹੁਪਦ ਦਾ ਆਲੇਖ ਹੈ ਜਿਹੜਾ ਉਹ x ਧੁਰੇ ਨੂੰ ਕਿਤੇ ਵੀ ਨਹੀਂ ਘਟਦਾ ਤਾਂ ਸਾਡੇ ਕੋਲ ਸਿਫਰਾਂ ਦੀ ਗਿਣਤੀ ਜਿਹੜੀ ਉਹ 0 ਹੋ ਜਾਂਦੀ ਹੈ, ਠੀਕ। ਘਾਤ n ਦੇ ਦਿੱਤੇ ਗਏ ਬਹੁਪਦ ਦੇ ਸਿਫਰਾਂ ਦੀ ਵੱਧ ਤੋਂ ਵੱਧ ਗਿਣਤੀ n ਹੀ ਹੋ ਸਕਦੀ ਹੈ, ठीक है। जिन्नी घात होवे किसी भी बहुपद की उहदी सिफरां की गिणती भी वध तो वध उन्नी ही हो सकती हुंदी है। जिद्दां अगर साडे कोल ax² प्लस bx प्लस c है, ठीक है, तो इहदी जे अगर असीं सिफरां की गिणती दसीए तो साडे कोल 2 हो सकदी वध तो वध। अगर साडे कोल इह जिहड़ी घात है वो 3 हो जाए, ax³ प्लस bx² प्लस cx प्लस d, इहनूं असीं क्यूबिक बोलदे हैं या 3 घाती बोलदे हैं, इहदे विच जिहड़ी सिफरां की गिणती है वो 3 हो जाएगी, ठीक है। अगर अगे साडे कोल बायक्वाड्रेटिक आ जांदी है, मतलब घात जी 4 हो जाती है बहुपद की, प्लस cx² प्लस dx प्लस e इस टाइप का, तो वो जी सिफर की गिणती है साढ़े को 4 हो जाएगी, ठीक है। तो जिन्नी घात है किसी भी बहुपद की उस घात के उत्ते ही डिपेंड करता है सिफर की, उस बहुपद के सिफर की गिणती, ठीक है, डिपेंड करती है। सो अगर घात n है तो वो सिफर की गिणती भी n होंगी। दो घाती समीकरण ax² प्लस bx प्लस c के सिफर का जोड़ साढ़े को -b/a ते सिफर की गुणा ये साढ़े को c/a होंगी है। एक बहुपद px के सिफर उन्होंने बिंदुओं के x निर्देशांक होंगे हैं जिथे y बराबर px का आलेख x धुरे नूं कटदा है, ठीक है। कोई भी बहुपद है उसका जिहड़ा आलेख है वो x धुरे नूं जिथे भी कटेगा, जिस बिंदु ते कटेगा तो उस बिंदु का जिहड़ा x निर्देशांक हुंदा है वो साडे कोल उस बहुपद का सिफर हुंदा है, ठीक है। जिद्दां कि हुण साडे कोल उदाहरणां तुसीं देख ही सकदे हो, क्वेश्चन है इहनूं आपां करदे हां अपने कोल फर्स्ट चैप्टर दी, मेरे ख्याल फर्स्ट जिहड़ी एक्सरसाइज यही आ जांदी अपने कोल बहुपद वाले दी जिहड़ी फर्स्ट एक्सरसाइज है। तो जे तां आलेख ये हुण इहदे च देखियो ये वाली साडे कोल x धुरा है, इहनूं असीं x एक्सिस बोलदे हां, ये साडे कोल y एक्सिस है, ठीक है। दोनों ग्राफ तीनों ग्राफ्स दे विच है, ये अपने कोल x एक्सिस, ये y एक्सिस, ये x एक्सिस x धुरा ते ये y धुरा। इस तो इलावा ये जिहड़ा है ये साडे कोल बहुपद दा ग्राफ है, ये पैराबोला है, ठीक है। और ये साडे कोल जिहड़ी सीधी लाइन है, स्ट्रेट लाइन है। हुण ये साडे कोल ये भी ग्राफ है, इहदे च ये वाला ग्राफ है बहुपद दा, ये भी जिहड़ा बहुपद दा ग्राफ है, ठीक है। ये हुण ग्राफ जिहड़े ने x धुरे नूं जिन्नी वार कटदे ने उन्ने ही उस बहुपद दे सिफरां दी उन्नी ही गिणती होएगी, ठीक है। हुण इहदे च जिहड़ा ग्राफ है x धुरे नूं किते कटदा ही नहीं है, सो इस केस दे विच जिहड़ी सिफरां दी गिणती है वो साडे कोल 0 हो जाएगी। और इस केस जिहड़ा पैराबोलिक ये शेप है साडे कोल, ग्राफ है ये x धुरे नूं तां किते भी नहीं मिलदा, x धुरे तो उपर ही रह जांदा है, तो इहदे विच भी सिफरां दी गिणती जिहड़ी है इस बहुपद दी वो साडे कोल 0 होएगी, ठीक है। ये px दा ग्राफ है, ये भी px दा ग्राफ है, मतलब अलग अलग बहुपद हो सकते हैं। तो ਇਹਦੇ ਵਿੱਚ ਹੁਣ ਇਹ ਜਿਹੜਾ ਬਹੁਪਦ ਇਹ ਜਿਹੜਾ ਗ੍ਰਾਫ ਹੈ ਆਪਾਂ ਦੇਖ ਸਕਦੇ ਹਾਂ ਇਹ ਇਸ x ਧੁਰੇ ਨੂੰ 1 2 3 ਤੇ 4 ਬਿੰਦੂਆਂ ਤੇ ਕੱਟਦਾ ਹੈ। ਇਹਦਾ ਮਤਲਬ ਇਹਦੇ ਵਿੱਚ ਜਿਹੜੀ ਸਿਫਰਾਂ ਦੀ ਗਿਣਤੀ ਹੈ ਉਹ ਸਾਡੇ ਕੋਲ ਕਿੰਨੀ ਹੋਏਗੀ 4 ਹੋਏਗੀ, ਠੀਕ। ਅਗਲੇ ਸਵਾਲ ਸਾਡੇ ਕੋਲ ਜਿਹੜੇ ਅੰਕ ਗਣਿਤਕ ਲੜੀਆਂ ਦੇ ਵਿੱਚੋਂ ਹੈਗੇ ਆ
AP 3 1 -3 ਦਾ ਪਹਿਲਾ ਪਦ A ਅਤੇ ਸਾਂਝਾ ਅੰਤਰ D ਪਤਾ ਕਰੋ। ਠੀਕ ਹੈ, तो ਇਹ ਆਪਣੇ ਕੋਲ AP ਦਿੱਤੀ ਹੋਈ ਹੈ, ਦੱਸਿਆ ਹੀ ਹੋਇਆ ਕਿ ਇੱਕ AP ਹੈ। ਠੀਕ ਹੈ, तो ਇਹਦਾ ਪਹਿਲਾ ਪਦ ਜਿਹੜੀ ਫਰਸਟ ਟਰਮ ਹੈ ਉਹ ਸਾਡੇ ਕੋਲ ਪਹਿਲਾ ਪਦ ਹੁੰਦਾ, तो A ਬਰਾਬਰ ਆਪਾਂ ਇਹਦੇ 'ਚ ਲਿਖ ਦਾਂਗੇ। ਸੋ ਪਹਿਲਾ ਪਦ ਮਤਲਬ 3 ਤੇ D ਜਿਹੜਾ ਸਾਂਝਾ ਅੰਤਰ ਹੈ ਉਹਦੇ ਲਈ ਅਸੀਂ ਕੀ ਕਰਨੇ ਆ, ਸੈਕਿੰਡ ਟਰਮ ਦੇ ਵਿੱਚੋਂ ਫਰਸਟ ਟਰਮ ਜਿਹੜੀ ਉਹ ਮਾਈਨਸ ਕਰ ਦਿਓ, तो 1 -3 ਕਰਾਂਗੇ ਸਾਡੇ ਕੋਲ -2 ਆ ਜਾਏਗਾ। ਠੀਕ ਹੈ, ਕੋਈ ਵੀ ਅਸੀਂ ਦੋ ਟਰਮਸ ਨੂੰ ਆਪਸ ਮਾਈਨਸ ਕਰ ਸਕਦੇ ਹਾਂ, ਪਿੱਛੇ ਵਾਲੀ ਚੋਂ ਅੱਗੇ ਵਾਲੀ ਮਾਈਨਸ ਕਰਨੀ ਹੈ। ਠੀਕ ਹੈ, ਜੇ ਅਸੀਂ -1 ਚੋਂ 1 ਨੂੰ ਮਾਈਨਸ ਕਰਦੇ ਹਾਂ, -1 ਤਾਂ ਵੀ ਇਹ ਸਾਡੇ ਕੋਲ -1 -2 ਹੀ ਬਣੇਗਾ। ਠੀਕ ਹੈ, तो ਜਿਹੜਾ ਪਹਿਲਾ ਪਦ ਹੈ ਆਪਣੇ ਕੋਲ ਉਹ ਕੀ ਬਣ ਗਿਆ 3, ਪਹਿਲਾ ਪਦ A ਬਰਾਬਰ 3 ਤੇ ਕਾਮਨ ਡਿਫਰੈਂਸ ਜਿਹੜਾ ਸਾਡੇ ਕੋਲ ਸਾਂਝਾ ਅੰਤਰ, ਪਹਿਲੇ ਪਦ ਨੂੰ ਅਸੀਂ ਫਰਸਟ ਟਰਮ ਵੀ ਬੋਲਦੇ ਹਾਂ। ਠੀਕ ਹੈ, ਫਰਸਟ ਟਰਮ ਐਂਡ ਕਾਮਨ ਡਿਫਰੈਂਸ ਮੀਨਸ ਸਾਂਝਾ ਅੰਤਰ ਜਿਹੜਾ ਹੈ ਉਹ ਸਾਡੇ ਕੋਲ ਬਣਦਾ ਹੈ ਇਹਦਾ -2 ਅਸੀਂ ਹਰ ਟਰਮ ਦੇ ਵਿੱਚ ਐਡ ਕਰੀ ਜਾਂਦੇ ਤੇ ਸਾਡੇ ਕੋਲ ਅਗਲਾ ਪਦ ਜਿਹੜਾ ਉਹ ਪ੍ਰਾਪਤ ਹੋ ਜਾਂਦਾ ਹੈ। 19ਵਾਂ ਸਵਾਲ ਹੈ 0.6 1.7 2.8 3.9 ਦਾ ਪਹਿਲਾ ਪਦ A ਅਤੇ ਸਾਂਝਾ ਅੰਤਰ D ਪਤਾ ਕਰੋ। ਇਹ ਵੀ ਸਾਨੂੰ AP ਜਿਹੜਾ ਦੱਸਿਆ ਹੀ ਗਿਆ ਕਿ AP ਹੈ, तो ਇਹਦੇ ਵਿੱਚ ਜਿਹੜਾ ਪਹਿਲਾ ਪਦ ਹੈ, ਪਹਿਲਾ ਪਦ A ਉਹ ਸਾਡੇ ਕੋਲ ਹੈ 0.6। ਠੀਕ ਹੈ, ਤੇ ਸਾਂਝਾ ਅੰਤਰ ਮਤਲਬ D ਉਹ ਸਾਡੇ ਕੋਲ 1.6 ਮਾਈਨਸ 0.6 ਹੋ ਜਾਏਗਾ, ਮੀਨਸ 1.1। ਠੀਕ ਹੈ, 1.1 ਜਿਹੜਾ ਕਾਮਨ ਡਿਫਰੈਂਸ ਇਹਦੇ ਵਿੱਚ ਆ ਜਾਂਦਾ। 1.1 ਐਡ ਕਰਦੇ ਜਾਵਾਂਗੇ ਤੇ ਅਗਲੀ ਟਰਮ ਜਿਹੜੀ ਉਹ ਬਣੀ ਜਾ ਰਹੀ ਹੈ ਸਾਡੇ ਕੋਲ। ਅਗਲਾ ਕੁਐਸਚਨ ਹੈ ਇਹ ਇੱਕ AP ਹੈ, ਸਹੀ ਜਾਂ ਗਲਤ। ਹੁਣ ਇਹਦੇ ਵਿੱਚ ਜਿਹੜਾ ਫਰਸਟ ਟਰਮ ਹੈ ਜਿਹੜੀ ਉਹ ਸਾਡੇ ਕੋਲ -10 ਹੈ। ਠੀਕ ਹੈ, ਪਹਿਲਾ ਪਦ ਜਿਹਨੂੰ ਅਸੀਂ ਲਿਖਦੇ ਹਾਂ A1 ਦੇ ਨਾਲ, ਔਰ A2 ਆਪਣੇ ਕੋਲ -6 ਹੈ, A3 ਜਿਹੜਾ ਹੈ ਉਹ -2 ਹੈ, ਔਰ A4 ਆਪਣੇ ਕੋਲ 2 ਹੈ। ਠੀਕ ਹੈ, ਇਹਦੇ 'ਚ ਅਸੀਂ ਕਾਮਨ ਡਿਫਰੈਂਸ ਜਿਹੜਾ ਸਾਂਝਾ ਅੰਤਰ ਹੁਣ ਦੇਖਾਂਗੇ। ਜੇ ਅਸੀਂ A2 ਚੋਂ A1 ਮਾਈਨਸ ਕਰਦੇ ਹਾਂ, A2 -A1 ਮੀਨਸ -6 -10, ਤਾਂ ਇਹ ਸਾਡੇ ਕੋਲ ਬਣ ਜਾਂਦਾ ਹੈ -6 +++10 ਮੀਨਸ 10 ਦੇ ਵਿੱਚੋਂ 6 ਕੱਢਣੇ ਨੇ, ਤਾਂ 4 ਆਂਸਰ ਆਏਗਾ। ਠੀਕ ਹੈ, तो A3 -A2 करके देख लेने हैं। A3 -A2 मतलब -2 -6 -2 प्लस प्लस 6 हो गया, मीनस 6 ਦੇ ਵਿੱਚੋਂ 2 ਕੱਢਣੇ ਨੇ ਆਪਾਂ, ਤੇ ਇਹ ਸਾਡੇ ਕੋਲ ਫਿਰ 4 ਆਇਆ। ਤੇ A3 A4 A3 ਕਰਕੇ ਦੇਖ ਲੈਣੇ ਆਪਾਂ। A4 A3, A4 अपने कोल 2 है और A3 ਜਿਹੜਾ ਉਹ -2 है, तो माइनस से भी ਸਾਡੇ ਕੋਲ प्लस हो जाएगा, 2 + 2 = 4। तो ਅਸੀਂ ਦੇਖਦੇ ਹਾਂ ਇਹਦੇ ਵਿੱਚ ਜਿਹੜਾ ਸਾਂਝਾ ਅੰਤਰ ਹੈ, ਚਾਹੇ ਉਹ ਪਹਿਲੇ ਤੇ ਦੂਸਰੇ ਪਦ ਦਾ ਹੋਵੇ, ਚਾਹੇ ਦੂਸਰੇ ਤੇ ਤੀਸਰੇ ਪਦ ਦਾ ਜਾਂ ਤੀਸਰੇ ਤੇ ਚੌਥੇ ਪਦ ਦਾ, ਉਹ ਸਾਡੇ ਕੋਲ ਬਰਾਬਰ ਆ ਰਿਹਾ 4। ਠੀਕ ਹੈ, तो क्योंकि A2 -A1 बराबर है A3 -A2 बराबर है A4 -A3, इसलिए अपने कोल 10 ਕਿਹੜੀਆਂ ਸੰਖਿਆਵਾਂ ਸੀ, -10 -6 -2 2 -10 -6 -2 2 ਇੱਕ AP ਹੈ। ਠੀਕ ਹੈ, तो ਇਹ ਅਰਥਮੈਟਿਕ ਪ੍ਰੋਗਰੈਸ਼ਨ ਹੈ ਸਾਡੇ ਕੋਲ ਅੰਕ ਗਣਿਤਿਕ ਲੜੀ। ਸੋ ਇਹਦਾ ਉੱਤਰ ਜਿਹੜਾ ਆਏਗਾ ਉਹ ਕੀ ਆਏਗਾ, ਸਹੀ। ਅਗਲਾ ਸਵਾਲ ਸਾਡੇ ਕੋਲ ਹੈ ਕਿਸੇ AP ਜਿਸ ਦਾ ਪਹਿਲਾ ਪਦ A ਸਾਂਝਾ ਅੰਤਰ D ਅਤੇ nਵੇਂ ਪਦ ਦਾ ਸੂਤਰ, ਤਾਂ nਵੇਂ ਪਦ ਦਾ ਸੂਤਰ ਲਿਖੋ। ਤਾਂ nth ਟਰਮ ਜਿਹੜੀ ਸਾਡੇ ਕੋਲ ਹੁੰਦੀ ਉਹਨੂੰ ਅਸੀਂ an ਲਿਖ ਲੈਂਦੇ ਹਾਂ। ਠੀਕ ਹੈ, ਤਾਂ ਇਹ ਸਾਡੇ ਕੋਲ ਹੁੰਦਾ A + n - 1D। ਠੀਕ ਹੈ, ਇਹ nਵੇਂ ਪਦ ਦਾ ਸੂਤਰ ਸੀ। ਇਸ ਤੋਂ ਇਲਾਵਾ ਕਈ ਵਾਰ ਪਹਿਲਾਂ ਸਾਨੂੰ ਪਦ ਦਿੱਤਾ ਹੋਇਆ, ਸਾਂਝਾ ਅੰਤਰ ਦਿੱਤਾ ਹੋਇਆ, n ਜਿਹੜੇ ਟਰਮਸ ਪਦ ਸਾਨੂੰ n ਦਿੱਤੇ ਹੋਏ ਨੇ, ਤਾਂ ਇਹਨਾਂ ਦਾ ਜੋੜ ਵੀ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਜੋੜ ਜਿਹੜਾ ਉਹਦਾ ਫਾਰਮੂਲਾ ਸਾਡੇ ਕੋਲ n/2 2A + n - 1D ਵੀ ਹੁੰਦਾ ਹੈ। ਠੀਕ ਹੈ, ਜੇ ਸਾਨੂੰ ਪਹਿਲਾ ਤੇ ਆਖਰੀ ਪਦ ਦਿੱਤਾ ਹੋਵੇ ਤੇ ਇਹਦਾ ਫਾਰਮੂਲਾ ਸਾਡੇ ਕੋਲ n/2 A + L ਵੀ ਹੁੰਦਾ ਹੈ। ਠੀਕ ਹੈ, ਇਹ ਦੋਨੋਂ ਸਮ ਦੇ ਫਾਰਮੂਲੇ ਜਿਹੜੇ ਯੂਜ਼ ਕੀਤੇ ਜਾ ਸਕਦੇ ਨੇ। ਉਹ ਡਿਪੈਂਡ ਕਰਦਾ ਕਿ ਸਾਨੂੰ ਜਿਹੜੀਆਂ ਕੀਮਤਾਂ ਦਿੱਤੀਆਂ ਹੋਈਆਂ ਨੇ ਉਹ ਕਿਸ ਦੀਆਂ ਦਿੱਤੀਆਂ ਹੋਈਆਂ ਨੇ, A n D ਦੀਆਂ ਦਿੱਤੀਆਂ ਨੇ ਜਾਂ A L n L ਦੀਆਂ ਦਿੱਤੀਆਂ ਹੋਈਆਂ ਨੇ। ਠੀਕ ਹੈ, ਅਗਲਾ ਸਵਾਲ ਸਾਡੇ ਕੋਲ ਹੈ
ਇਹ ਸਵਾਲ ਦੇ ਵਿੱਚ ਜਿਹੜਾ ਇਹ ਸਵਾਲ ਦਾ ਉੱਤਰ ਹੈ ਉਹ ਸਿਰਫ ਇਹ ਵਾਲਾ ਫਾਰਮੂਲਾ ਹੈ, ਠੀਕ ਹੈ। ਇਹ ਐਡੀਸ਼ਨਲ ਨਾਲ ਦੱਸੇ ਨੇ ਵੀ ਇਹ ਵੀ ਪੁੱਛੇ ਜਾ ਸਕਦੇ ਨੇ। त्रिभुज ABC ਦਾ ਖੇਤਰਫਲ 0 ਵਰਗ ਇਕਾਈਆਂ ਹੈ ਤਾਂ ਉਸ ਦੇ ਸਿਖਰ ਸਮਰੇਖੀ ਹੋਣਗੇ। ਹੁਣ ਇਹਦਾ ਕੀ ਭਾਵ ਹੈ? ਮੰਨ ਲਓ ਮੇਰੇ ਕੋਲ ਇੱਕ त्रिभुज ਹੈ, ठीक है। ਹੁਣ ਇਹ ਹੋ ਸਕਦਾ ਜਿਹੜਾ ਉੱਪਰ ਵਾਲਾ ਸਿਖਰ ਇਹਨੂੰ ਮੈਂ ਥੋੜਾ ਜਿਹਾ ਥੱਲੇ ਲਿਆਵਾਂ, ਇੱਥੇ ਲਿਆਵਾਂ। ਅਗਰ ਇਹਨੂੰ ਥੋੜਾ ਜਿਹਾ ਨੀਚੇ ਕਰ ਲਈਏ ਇਸ ਸਿਖਰ ਨੂੰ, ਤਾਂ ਉਹਦੇ ਨਾਲ ਕੀ ਹੋਏਗਾ, ਜਿਹੜੀ ਨਵੀਂ त्रिभुज ਬਣੇਗੀ ਇਹਦਾ ਖੇਤਰਫਲ ਪਹਿਲੀ ਵਾਲੀ त्रिभुज ਦੇ ਨਾਲੋਂ ਘਟ ਜਾਏਗਾ। ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਹੁਣ ਜਿਹੜੀ त्रिभुज ਹੈ ਉਹ ਛੋਟੀ ਬਣੀ ਹੈ, ਪਹਿਲਾਂ ਵਾਲੀ त्रिभुज ਦੇ ਨਾਲੋਂ ਛੋਟੀ, ਹੈ। ਅਗਰ ਇਸ ਸਿਖਰ ਨੂੰ ਹੋਰ ਨੀਚੇ ਇੱਥੇ ਥੱਲੇ ਲਿਆਂਦਾ ਜਾਵੇ, ਫਿਰ ਜਿਹੜੀ ਆਪਣੇ ਕੋਲ त्रिभुज ਬਣੇਗੀ ਉਹਦਾ ਖੇਤਰਫਲ ਪਹਿਲਾਂ ਵਾਲੀ त्रिभुज ਤੋਂ ਵੀ ਘਟ ਜਾਏਗਾ। ठीक है। ਹੁਣ ਇਹ ਜਿਹੜੀ ਤੀਜੇ ਨੰਬਰ ਤੇ त्रिभुज ਇਹ ਬਣੀ ਹੈ ਛੋਟੀ, ਇਹਦਾ ਖੇਤਰਫਲ ਤੁਸੀਂ ਦੇਖਦੇ ਹੋ ਦੂਜੇ ਨੰਬਰ ਵਾਲੀ ਤੋਂ ਵੀ ਘੱਟ ਹੈ, ਠੀਕ। ਇਸੇ ਢੰਗ ਦੇ ਨਾਲ ਜੇ ਇਹਨੂੰ ਅਸੀਂ ਹੋਰ ਥੱਲੇ ਲਿਆਈਏ, ਠੀਕ ਹੈ, ਇਹਨੂੰ ਹੋਰ ਨੀਚੇ ਲਿਆਂਦੇ ਅਸੀਂ ਇਹਦੇ ਉੱਤੇ ਲੈ ਆਈਏ, ਪਹਿਲੀ ਜਿਹੜੀ ਹੇਠਾਂ ਵਾਲੀ ਭੁਜਾ ਹੈ ਉਹਦੇ ਉੱਤੇ ਹੀ ਸਾਡੇ ਕੋਲ ਸਿਖਰ ਆ ਜਾਏ, ਤਾਂ ਇਹਨੂੰ ਅਸੀਂ ਜੁਆਇਨ ਵੀ ਕਰਾਂਗੇ ਤਾਂ त्रिभुज ਜਿਹੜੀ ਉਹ ਸਾਡੇ ਕੋਲ ਬਣੇਗੀ ਹੀ ਨਹੀਂ, ਸਿੱਧੀ ਲਾਈਨ ਹੀ ਹੋ ਜਾਏਗੀ। ਜਾਂ ਅਸੀਂ ਕਹਿ ਸਕਦੇ ਹਾਂ ਹੁਣ ਜਿਹੜਾ त्रिभुज ਦਾ ਖੇਤਰਫਲ ਸੀ ਉਹ ਲਗਾਤਾਰ ਘਟਦਾ ਅਖੀਰ ਦੇ ਵਿੱਚ ਕੀ ਹੋ ਜਾਏਗਾ, ਸਿਫਰ ਹੀ ਹੋ ਜਾਏਗਾ, ਠੀਕ ਹੈ। ਸੋ ਖੇਤਰਫਲ ਅਗਰ ਕਿਸੇ त्रिभुज ਦਾ 0 ਵਰਗ ਇਕਾਈਆਂ ਹੈ ਤਾਂ ਉਹਦਾ ਮਤਲਬ ਕੀ ਹੋ ਜਾਂਦਾ ਕਿ ਜਿਹੜੇ ਤਿੰਨੋਂ ਸਿਖਰ ਨੇ ਉਹ ਉਸ त्रिभुज ਦੇ ਇੱਕੋ ਹੀ ਰੇਖਾ ਦੇ ਉੱਤੇ ਨੇ, ਭਾਵ ਕਿ ਸਮਰੇਖੀ ਨੇ, ਠੀਕ ਹੈ। ਔਰ ਇਹਨਾਂ ਨੂੰ ਅਸੀਂ ਕੋਲੀਨੀਅਰ ਵੀ ਬੋਲਦੇ ਹਾਂ, ਠੀਕ ਹੈ। ਦ ਵਰਟਿਸਿਸ ਵਿਲ ਬੀ ਕੋਲੀਨੀਅਰ। PXY ਦੀ ਮੂਲ ਬਿੰਦੂ ਤੋਂ ਦੂਰੀ ਹੁੰਦੀ ਹੈ, ਬਹੁਤ ਹੀ ਸੌਖਾ ਹੈ। ਦੇਖੋ ਇਹ ਸਾਡੇ ਕੋਲ x ਤੁਰਾ ਹੈ, ਇਹ ਆਪਣੇ ਕੋਲ y ਤੁਰਾ ਹੈ, ਇਹ ਆਪਣੇ ਕੋਲ x ਤੁਰਾ ਹੈ, ਠੀਕ ਹੈ। ਅਗਰ ਇੱਥੇ ਸਾਡੇ ਕੋਲ ਕੋਈ ਬਿੰਦੂ ਹੈ PX, y, ਹੁਣ ਇਹ PXY ਦਾ ਮਤਲਬ ਕੀ ਹੁੰਦਾ ਹੈ, ਜਿਹੜਾ ਸਾਡੇ ਕੋਲ ਆਪਣੇ ਕੋਲ x ਕੋਆਰਡੀਨੇਟ ਹੈ ਜਿਹਨੂੰ ਅਸੀਂ ਭੁਜ ਬੋਲਦੇ ਹਾਂ, ਜਿਹਨੂੰ ਅਸੀਂ ਭੁਜ ਬੋਲਦੇ ਹਾਂ, ਇਹ ਸਾਡੇ ਕੋਲ ਐਕਚੁਅਲ ਦੇ ਵਿੱਚ ਇਹ ਵਾਲੀ ਦੂਰੀ ਹੁੰਦੀ ਹੈ ਜਿਹੜੀ ਕਿ ਇਸ ਬਿੰਦੂ ਤੇ y ਧੁਰੇ ਦੇ ਵਿੱਚ ਹੁੰਦੀ ਹੈ, ਠੀਕ ਹੈ। ਇਸ ਬਿੰਦੂ ਤੇ y ਧੁਰੇ ਦੇ ਵਿੱਚ ਜਿਹੜੀ ਦੂਰੀ ਹੈ ਉਹ ਸਾਡੇ ਕੋਲ x ਹੁੰਦੀ ਹੈ, ਠੀਕ ਹੈ। ਔਰ ਇਸ ਬਿੰਦੂ ਤੇ x ਧੁਰੇ ਦੇ ਵਿੱਚ ਜਿਹੜੀ ਦੂਰੀ ਹੁੰਦੀ ਹੈ ਸਾਡੇ ਕੋਲ y ਹੁੰਦੀ ਹੈ, ਠੀਕ ਹੈ। ਤਾਂ ਇਹ ਜਿਹੜਾ ਇੱਥੇ ਸਾਡੇ ਕੋਲ ਇਹ ਬਣ ਜਾਂਦਾ ਹੈ ਲੰਬ, ਠੀਕ ਹੈ, ਪਰਪੈਂਡੀਕੂਲਰ। ਤਾਂ ਅਗਰ ਅਸੀਂ P ਨੂੰ O ਦੇ ਨਾਲ ਜੁਆਇਨ ਕਰ ਦਈਏ ਤਾਂ ਸਾਨੂੰ ਸਵਾਲ ਇਹ ਪੁੱਛਿਆ ਗਿਆ ਹੈ ਕਿ ਇਸ ਬਿੰਦੂ ਦੀ ਓਰੀਜਨ ਤੋਂ ਮੂਲ ਬਿੰਦੂ ਮਤਲਬ ਓਰੀਜਨ ਤੋਂ ਜਿਹੜੀ ਦੂਰੀ ਹੈ ਉਹ ਕਿੰਨੀ ਹੋਏਗੀ। ਹੁਣ ਇਹ ਸਾਡੇ ਕੋਲ ਪਾਇਥਾਗੋਰਸ ਥਿਊਰਮ ਇਹਦੇ ਤੇ ਲਗਾਈ ਜਾ ਸਕਦੀ ਹੈ, ਸਾਡੇ ਕੋਲ ਆਧਾਰ ਹੈ, ਇਹ ਆਪਣੇ ਕੋਲ ਲੰਬ ਹੈ, ਠੀਕ ਹੈ। ਤਾਂ OP ਜਿਹੜਾ ਹੈ OP ਵਰਗ ਸਾਡੇ ਕੋਲ ਕਹਿੰਦਾ ਕਰਨ ਦਾ ਵਰਗ ਬਰਾਬਰ ਆਧਾਰ ਦਾ ਵਰਗ ਜਮਾ ਲੰਬ ਦਾ ਵਰਗ, ਠੀਕ ਹੈ। ਤਾਂ ਇਹਦੇ ਵਿੱਚੋਂ ਜੇਕਰ ਅਸੀਂ OP ਭਾਵ ਕਰਨ ਭਾਵ O ਤੇ P ਦੇ ਵਿਚਲੀ ਦੂਰੀ ਮਤਲਬ ਇਸ P ਬਿੰਦੂ ਦੀ ਮੂਲ ਬਿੰਦੂ ਤੋਂ ਦੂਰੀ ਪਤਾ ਕਰਨੀ ਹੋਵੇ ਤੇ ਇਹ ਜਿਹੜਾ ਵਰਗ ਹੈ ਦੂਜੇ ਪਾਸੇ ਜਾ ਕੇ ਵਰਗਮੂਲ ਸਕੁਆਇਰ ਰੂਟ ਬਣ ਜਾਂਦਾ ਹੈ। तो ये साढ़े को आंसर जो बन जाता है, ठीक है। तो ये आंसर क्या आएगा अपने को स्क्वायर रूट ऑफ एक्स स्क्वायर प्लस वाई स्क्वायर, ठीक। अगला सवाल है साढ़े को मूल बिंदु दे निर्देश अंक डैश हुंदे हन। मूल बिंदु दे निर्देश अंक साढ़े को 0,0 हुंदे ने। थीटा ਦੇ ਵਧਣ ਨਾਲ sin थीटा ਦਾ ਮੁੱਲ ਵੀ ਵੱਧਦਾ ਹੈ। ਇਹਦੇ ਵਿੱਚ ਜਿਹੜਾ ਥੀਟਾ ਹੈ ਉਹਨੂੰ ਅਸੀਂ ਕੰਸੀਡਰ ਕਰਾਂਗੇ 0 ਡਿਗਰੀ ਟੂ 90 ਡਿਗਰੀ ਦੇ ਵਿਚਕਾਰ, ठीक है। क्योंकि 0 ਤੋਂ 90 ਤੱਕ ਹੀ ਆਪਣੀਆਂ ਕੀਮਤਾਂ ਆਪਾਂ 10th ਕਲਾਸ ਤੱਕ ਦੇਖਦੇ ਹਾਂ, ਤਾਂ ਉਹਦੇ ਵਿਚਕਾਰ ਅਗਰ ਅਸੀਂ ਦੇਖੀਏ ਤਾਂ sin ਥੀਟਾ ਦਾ ਮੁੱਲ ਜਿਹੜਾ ਉਹ ਵੱਧਦਾ ਹੈ। ਅਗਰ ਐਂਗਲ ਵੱਧਦਾ ਹੈ, ਐਂਗਲ ਇਨਕਰੀਜ਼ ਕਰਦਾ ਹੈ। sin 0 ਜਿਹੜਾ 0 ਹੁੰਦਾ ਹੈ, sin 30 ਡਿਗਰੀ 1/2 ਹੁੰਦਾ ਹੈ, sin 45 1 ਵਰਗਮੂਲ 2, sin 60 ਵਰਗਮੂਲ 3/2 ਤੇ ਵੱਧਦਾ sin 90 ਤੇ ਸਾਡੇ ਕੋਲ 1 ਦੇ ਬਰਾਬਰ ਹੋ ਜਾਂਦਾ ਹੈ, ਠੀਕ ਹੈ। ਤਾਂ 0 ਤੋਂ 90 ਡਿਗਰੀ ਤੱਕ ਅਸੀਂ ਕਹਿ ਸਕਦੇ ਹਾਂ ਕਿ sin ਥੀਟਾ ਦਾ ਜਿਹੜਾ ਮੁੱਲ ਹੈ ਉਹ ਥੀਟਾ ਦੇ ਵਧਣ ਦੇ ਨਾਲ ਵੱਧਦਾ ਹੈ, ਸਹੀ ਹੈ, ਠੀਕ ਹੈ। ਵੈਸੇ ਇਸ ਤੋਂ ਅੱਗੇ ਅਸੀਂ ਅਗਰ ਜਾਵਾਂਗੇ sin ਥੀਟਾ ਦਾ ਮੁੱਲ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਇਸ ਤੋਂ ਬਾਅਦ 0 ਦੇ ਵਧਣ ਦੇ ਨਾਲ cos ਥੀਟਾ ਦਾ ਮੁੱਲ ਵੀ ਘਟਦਾ ਹੈ। 0 ਥੀਟਾ ਦੇ ਵਧਣ ਨਾਲ cos ਥੀਟਾ ਦਾ ਮੁੱਲ ਘਟਦਾ ਹੈ, ਠੀਕ ਹੈ। ਇਹਦੇ ਵਿੱਚ ਵੀ ਜਿਹੜਾ ਐਂਗਲ ਹੈ ਉਹ ਅਸੀਂ 0 ਤੋਂ 90 ਡਿਗਰੀ ਦੇ ਵਿਚਕਾਰ ਹੀ ਇੱਥੇ ਉਹਦੇ ਹਿਸਾਬ ਦੇ ਨਾਲ ਹੀ ਆਨਸਰ ਦੇਵਾਂਗੇ। ਤਾਂ 0 30 ਡਿਗਰੀ 45 ਡਿਗਰੀ ਇੱਥੇ 60 ਡਿਗਰੀ ਨਾ।
तो cos 0 ਜਿਹੜਾ ਹੈ ਸਾਡੇ ਕੋਲ ਇੱਕ ਹੁੰਦਾ ਹੈ, cos 90 ਜਿਹੜਾ ਹੈ ਆਪਣੇ ਕੋਲ 0 ਹੁੰਦਾ ਹੈ, ਠੀਕ ਹੈ। ਇੱਥੇ 1/2 ਆ ਜਾਏਗਾ ਔਰ ਇਹ ਸਾਡੇ ਕੋਲ √3/2 ਕੀਮਤ ਇੱਥੇ ਹੁੰਦੀ ਹੈ ਜਦੋਂ cos 45 ਹੋਵੇ ਉਹ ਸਾਡੇ ਕੋਲ 1/2 ਹੁੰਦਾ ਹੈ, ਠੀਕ। तो ਇਹਦੇ ਵਿੱਚ ਸਾਈਨ ਦੇ ਨਾਲੋਂ ਉਲਟਾ ਹੋ ਜਾਂਦਾ ਹੈ ਕੰਮ, ਠੀਕ। तो ਥੀਟਾ ਦੇ ਵਧਣ ਦੇ ਨਾਲ cos ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਘਟਦੀ ਹੈ, ਬਿਲਕੁਲ ਸਹੀ, ਠੀਕ ਹੈ। ਪਰ ਇਹ 0 ਤੋਂ 90 ਡਿਗਰੀ ਦੇ ਵਿਚਕਾਰ ਦੇ ਲਈ ਹੀ ਸਹੀ ਮੰਨਿਆ ਜਾਏਗਾ, ਠੀਕ ਹੈ। ਇਸ ਤੋਂ ਬਾਅਦ ਫਿਰ ਅਲੱਗ ਰੂਲ ਹੁੰਦੇ ਨੇ ਜਿਹੜੇ ਤੁਸੀਂ ਅਗਲੀਆਂ ਕਲਾਸਿਸ ਦੇ ਵਿੱਚ ਪੜ੍ਹੋਗੇ। a ਬਰਾਬਰ 0 ਡਿਗਰੀ ਲਈ cot ਥੀਟਾ ਪਰਿਭਾਸ਼ਿਤ ਨਹੀਂ ਹੈ ਬੱਚੇ। cot ਥੀਟਾ ਜਿਹੜਾ cot a ਹੈ ਇਹ ਸਾਡੇ ਕੋਲ ਹੁੰਦਾ ਹੈ cos a ਵਟਾ sin a, ਠੀਕ ਹੈ। ਜੇ ਅਸੀਂ a ਦੀ ਕੀਮਤ 0 ਭਰ ਦਈਏ 0 ਡਿਗਰੀ ਤਾਂ ਇਹ ਸਾਡੇ ਕੋਲ ਹੋ ਜਾਏਗਾ cos 0 ਡਿਗਰੀ ਵਟਾ sin 0 ਡਿਗਰੀ। ਹੁਣ ਜਿਹੜਾ sin 0 ਡਿਗਰੀ ਹੈ ਸਾਡੇ ਕੋਲ 1 ਹੁੰਦਾ ਹੈ, ਤਾਂ 1/0 ਹੋ ਗਿਆ, ਠੀਕ ਹੈ। ਆਧਾਰ ਜਿਹੜਾ ਆਪਣੇ ਕੋਲ ਹਰ ਹੈ ਡਿਨੋਮੀਨੇਟਰ ਉਹਨੂੰ ਅਸੀਂ ਕਦੇ ਵੀ 0 ਨਹੀਂ ਲੈਂਦੇ, ਠੀਕ ਹੈ। ਡਿਨੋਮੀਨੇਟਰ ਨੂੰ 0 ਨਹੀਂ ਪੁੱਟ ਕੀਤਾ ਜਾ ਸਕਦਾ, ਕਿਸੇ ਵੀ ਸੰਖਿਆ ਨੂੰ 0 ਦੇ ਨਾਲ ਅਸੀਂ ਭਾਗ नहीं कर सकते, ये डिफाइंड नहीं है, परिभाषित नहीं है, ठीक है। तो ये जरा सारे को उत्तर है बिल्कुल सही है, a बराबर 0 डिग्री ਲਈ cot a परिभाषित नहीं है। थीटा ਦੇ ਸਾਰੇ ਮੁੱਲਾਂ ਲਈ sin थीटा बराबर cos थीटा ਹੁੰਦਾ ਹੈ, ਬਿਲਕੁਲ ਗਲਤ ਹੈ, ਠੀਕ ਹੈ। ਸਿਰਫ 45 ਡਿਗਰੀ ਤੇ ਇਹਨਾਂ ਦੀ ਕੀਮਤ ਜਿਹੜੀ ਦੋਨਾਂ ਦੀ ਬਰਾਬਰ ਹੁੰਦੀ ਹੈ, 0 ਤੇ sin 0 ਹੁੰਦਾ ਹੈ, cos 1 ਹੁੰਦਾ ਹੈ, ਠੀਕ। ਔਰ 90 ਤੇ cos ਜਿਹੜਾ ਉਹ 0 ਹੁੰਦਾ ਹੈ, sin 1 ਹੁੰਦਾ ਹੈ। ਮੁੱਲ ਪਤਾ ਕਰੋ sin 18 डिग्री ਵਟਾ cos 72 डिग्री, ठीक है। ये ਸਾਡੇ ਕੋਲ ਪੂਰਕ ਕੋਣ ਨੇ, 18 ਤੇ 72 ਜਿਹੜੇ ਕੋਣ ਨੇ ਪੂਰਕ ਕੋਣ ਨੇ, ਦੋਨਾਂ ਦਾ ਜੋੜ ਜਿਹੜਾ ਸਾਡੇ ਕੋਲ 90 डिग्री ਦੇ ਬਰਾਬਰ ਹੈ, ਠੀਕ ਹੈ। तो 18 डिग्री ਨੂੰ ਅਸੀਂ ਲਿਖ ਸਕਦੇ ਹਾਂ 90 डिग्री ਮਾਈਨਸ 72 डिग्री, ठीक है। और sin 90 माइनस थीटा ਦੀ ਵੈਲਿਊ ਸਾਡੇ ਕੋਲ cos थीटा ਦੇ ਬਰਾਬਰ ਹੁੰਦੀ ਹੈ, ਇਹ ਤੁਸੀਂ ਪੜਿਆ ਹੋਵੇਗਾ, ठीक है। पूरक कोणां ਦੇ ਜਿਹੜੇ ਸਾਡੇ ਕੋਲ ਤਿਕੋਣਮਿਤੀ ਅਨੁਪਾਤ ਹੁੰਦੇ ਨੇ, ਇਹ ਅਲੱਗ ਵੀਡੀਓ ਲੈਸਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਠੀਕ ਹੈ। ਪਲੇਲਿਸਟ ਦੇ ਵਿੱਚੋਂ ਜਾ ਕੇ ਟ੍ਰਿਗਨੋਮੈਟਰੀ ਦੇ ਲੈਸਨ ਜਿਹੜੇ ਦੇਖ ਸਕਦੇ ਹੋ, ਉਹਦੇ ਵਿੱਚ ਬਹੁਤ ਡਿਟੇਲ ਦੇ ਨਾਲ ਇਹਨਾਂ ਨੂੰ ਸਮਝਾਇਆ ਗਿਆ, ਠੀਕ। तो ਇਹ ਸਾਡੇ ਕੋਲ ਕੀਮਤ ਜਿਹੜੀ ਹੈ ਉਹ 1 ਆ ਜਾਂਦੀ ਹੈ, ਠੀਕ ਹੈ। ਤਾਂ ਇਹਦਾ ਮੁੱਲ ਜਿਹੜਾ ਸਾਡੇ ਕੋਲ ਉਹ ਕਿੰਨਾ ਬਣਦਾ ਹੈ 1। ਮੁੱਲ ਪਤਾ ਕਰੋ tan 26 डिग्री cot 64 डिग्री। ਹੁਣ ਇਹਦੇ ਵਿੱਚ ਵੀ ਦੇਖੋ ਜਿਹੜਾ 26 ਤੇ 64 ਹੈ ਇਹ ਸਾਡੇ ਕੋਲ ਪੂਰਕ ਕੋਣ ਨੇ, ठीक है। दोनों का जोड़ साढ़े कोल 90 डिग्री है, तो ये भी जो tan 26 है 26 ਨੂੰ ਅਸੀਂ ਲਿਖ ਸਕਦੇ ਹਾਂ 90 डिग्री माइनस 26 डिग्री 90 डिग्री माइनस 64 डिग्री, ठीक है। हेठा साढ़े कोल cot 64 डिग्री है, तो ये बन जाएगा cot 64 डिग्री अपॉन cot 64 डिग्री इक्वल्स टू 1। ਇਹਦੀ ਕੀਮਤ ਜਿਹੜੀ ਹੈ ਉਹ 1 ਦੇ ਬਰਾਬਰ बन जाती है अपने को, ठीक। 48 ਤੇ 42 ਇਹ ਦੋਨੋਂ ਕੋਣ ਤੁਸੀਂ ਦੇਖੋ ਇਹ ਵੀ ਪੂਰਕ ਕੋਣ ਨੇ, ਠੀਕ ਹੈ। तो 48 ਨੂੰ ਅਸੀਂ cos 48 ਨੂੰ ਅਸੀਂ ਲਿਖ ਸਕਦੇ ਹਾਂ sin 90 डिग्री माइनस 48 डिग्री, ठीक, माइनस sin 42 डिग्री। तो ਇਹਦੇ ਵਿੱਚ ਇਹ ਸਾਡੇ ਕੋਲ ਬਣ ਜਾਏਗਾ 90 ਚੋਂ 48 ਮਾਈਨਸ ਕਰੋਗੇ ਇਹ ਵੀ 42 ਆ ਜਾਏਗਾ, ठीक है। sin 42 डिग्री आ गया ਸਾਡੇ ਕੋਲ, और ਇੱਥੇ ਵੀ sin 42 डिग्री आ गया, और कीमत ਜਿਹੜੀ ਸਾਡੇ ਕੋਲ ਇਸ ਸਵਾਲ ਦੀ ਕੀ ਬਣ ਗਈ 0 ਬਣ ਗਈ। ਮੁੱਲ ਪਤਾ ਕਰੋ ਕੋਸੀਕੈਂਟ 31 डिग्री माइनस सीकेंट 59 डिग्री। ਹੁਣ 31 ਤੇ 59 ਇਹ ਵੀ ਸਾਡੇ ਕੋਲ ਪੂਰਕ ਕੋਣ ਨੇ, ਠੀਕ ਹੈ। तो ਕੋਸੀਕੈਂਟ 31 डिग्री ਨੂੰ ਅਸੀਂ ਲਿਖ ਸਕਦੇ ਹਾਂ ਸੀਕੈਂਟ 90 डिग्री माइनस 31 डिग्री, ठीक है। ਜਿਹੜਾ ਇਹ ਸਵਾਲ ਤੇ ਇਹ ਸਵਾਲ ਕੀਤਾ ਹੈ ਸੇਮ ਤਰੀਕੇ ਨਾਲ ਕੀਤਾ ਹੈ, ਇਹਦੇ ਵਿੱਚ ਥੋੜਾ ਜਿਹਾ ਡਿਫਰੈਂਟ ਲਗਾਇਆ ਸੀ। ਪਹਿਲੇ 26 ਨੂੰ ਮੈਂ ਲਿਖਿਆ ਸੀ 90 डिग्री माइनस 64 डिग्री, ठीक है। तो दोनों तरह ਤੁਸੀਂ ਕਰ ਸਕਦੇ ਹੋ ਜਿਵੇਂ ਤੁਹਾਨੂੰ ਸੌਖਾ ਲੱਗਦਾ ਹੈ। ਹਾਂਜੀ, ਕਿਉਂਕਿ ਜਿਹੜਾ ਕੋਸੀਕੈਂਟ ਥੀਟਾ ਹੈ ਇਹਨੂੰ ਅਸੀਂ ਲਿਖ ਸਕਦੇ ਹਾਂ, ਇੱਕ ਮਿੰਟ, ਕੋਸੀਕੈਂਟ ਥੀਟਾ ਨੂੰ ਅਸੀਂ ਲਿਖ ਸਕਦੇ ਹਾਂ ਸੀਕੈਂਟ 90 डिग्री माइनस थीटा, ठीक है। तो ਉਹਨੂੰ ਉਹਦੇ ਅਕੋਰਡਿੰਗ ਆਪਾਂ ਸੋਲਵ ਕਰ ਸਕਦੇ ਹਾਂ। तो सीकेंट 90 डिग्री माइनस 31 बन गया थे माइनस सीकेंट 59 डिग्री अपने को, ठीक है। तो 90 चों 31 माइनस करांगे भी साढ़े को जो 59 डिग्री बन जाता है, सीकेंट 59 डिग्री माइनस सीकेंट 59 डिग्री, तो ये भी अपने को 0 बन जाएगा।
ਇਸ ਤੋਂ ਬਾਅਦ ਆਪਣੇ ਕੋਲ ਹੈ 9 secant square a minus 9 tan square a ਦੀ ਕੀਮਤ ਪਤਾ ਕਰਨੀ ਆਪਾਂ, ਠੀਕ ਹੈ। ਤਾਂ ਇਹ ਦੋਨਾਂ ਦੇ ਵਿੱਚੋਂ ਜੇਕਰ ਅਸੀਂ 9 ਨੂੰ ਸਾਂਝਾ ਕੱਢ ਲਈਏ ਤਾਂ ਇਹ ਸਾਡੇ ਕੋਲ ਬਣ ਜਾਂਦਾ ਹੈ secant square a minus tan square a, ਠੀਕ ਹੈ। ਤਾਂ ਇਹ ਆਪਣੇ ਕੋਲ ਆਈਡੈਂਟਿਟੀ ਹੈ, ਇਹਦੀ ਕੀਮਤ ਆਪਣੇ ਕੋਲ 1 ਹੁੰਦੀ ਹੈ। ਤਾਂ 9 ਗੁਣਾ 1 ਬਰਾਬਰ 9 ਸਾਡੇ ਕੋਲ 20 ਜਿਹੜਾ ਉੱਤਰ ਇਹਦਾ ਬਿਲਕੁਲ ਸਹੀ ਹੈ, ਠੀਕ ਹੈ। ਇਹ ਜਿਹੜੇ ਪਿੱਛੇ ਵਾਲੇ ਸਵਾਲ ਨੇ ਮੈਂ ਦੁਬਾਰਾ ਦੱਸ ਦਿਆਂ, ਇਹ ਸਾਡੇ ਕੋਲ ਜਿਹੜੇ ਪੂਰਕ ਕੋਣਾਂ ਵਾਲੇ ਪੂਰਕ ਕੋਣਾਂ ਦੇ ਤਿਕੋਣਮਿਤੀ ਅਨੁਪਾਤ ਚੈਨਲ ਦੇ ਵਿੱਚ ਆਪਾਂ ਸੇਮ ਚੈਨਲ ਤੇ ਪਲੇਲਿਸਟ ਦੇ ਵਿੱਚ ਜਾ ਕੇ ਟ੍ਰਿਗਨੋਮੈਟਰੀ ਦੇ ਜਿਹੜੇ ਟ੍ਰਿਗਨੋਮੈਟਿਕ ਰੇਸ਼ੋਜ਼ ਦੇ ਜਾਂ ਤਿਕੋਣਮਿਤੀ ਅਨੁਪਾਤਾਂ ਦੇ ਜਿਹੜੇ ਲੈਸਨ ਨੇ ਉਹ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਵਿੱਚ ਬਹੁਤ ਡਿਟੇਲ ਨਾਲ ਇਹਨਾਂ ਨੂੰ ਸਮਝਾਇਆ ਗਿਆ, ਠੀਕ। ਅਗਲਾ ਕੁਐਸਚਨ ਹੈ ਸਾਡੇ ਕੋਲ 1 ਮਾਈਨਸ ਸਾਈਨ ਸਕੁਆਇਰ ਥੀਟਾ, ਇਹ ਸਾਡੇ ਕੋਲ ਹੋਏਗਾ cos ਸਕੁਆਇਰ ਥੀਟਾ ਦੇ, ਠੀਕ ਹੈ। ਆਪਣੇ ਕੋਲ ਆਈਡੈਂਟਿਟੀ ਹੁੰਦੀ ਹੈ ਜਿਹਨੂੰ ਅਸੀਂ ਬਹੁਤ यूज़ करते हैं बहुत जगह, साइन स्क्वायर थीटा प्लस कॉस स्क्वायर थीटा इक्वल्स टू 1, ठीक है। तो ये ਵਿੱਚੋਂ साइन ਨੂੰ ਜੇਕਰ ਅਸੀਂ ਦੂਜੇ ਪਾਸੇ ਲੈ ਜਾਾਂਗੇ ਤਾਂ ਸਾਡੇ ਕੋਲ 1 ਮਾਈਨਸ ਸਾइन स्क्वायर थीटा ਬਣ ਜਾਂਦਾ ਜੋ ਕਿ cos स्क्वायर थीटा ਦੀ ਵੈਲਿਊ ਹੋ ਜਾਂਦੀ ਹੈ, ਠੀਕ। ਕੋਸੀਕੈਂਟ ਸਕੁਆਇਰ a ਮਾਈਨਸ cot ਸਕੁਆਇਰ a ਇਹ ਸਾਡੇ ਕੋਲ 1 ਦੇ ਬਰਾਬਰ ਹੁੰਦਾ ਹੈ, ਸਾਡੇ ਕੋਲ ਤੀਸਰੀ ਆਇਡੈਂਟਿਟੀ ਹੈ। तो ਇੱਕ ਇਹ ਆਇਡੈਂਟਿਟੀ ਇੱਥੇ ਯੂਜ਼ ਕੀਤੀ ਆਪਾਂ, secant square a minus tan square a equals to 1, ਇਹਦੀ ਜਗ੍ਹਾ ਤੇ 1 ਭਰਿਆ। फिर ये साइन स्क्वायर थीटा प्लस कॉस स्क्वायर थीटा इक्वल्स टू 1, ये दूसरी आइडेंटिटी, ये साडे कोल तीसरी आइडेंटिटी हो गई, ठीक है। तीन आइडेंटिटीज़ ने जिहड़ियां ट्रिग्नोमैट्री दे विच तत्समक त्रिकोणमिति दे विच ते बहुत इंपॉर्टेंट ने, ठीक है। साइन ए दा मुल कदे भी 1 तो वध नहीं हुंदा, बिल्कुल सही, ठीक है। साइन ए दा जिहड़ा मुल है वो कदे भी 1 तो ज़्यादा नहीं हो सकता। देखो जिहड़ा साइन ए है ये साडे कोल हुंदा लंब बटा करण दे, लंब बटा कर्ण, परपेंडिकुलर अपॉन हाइपोटेन्यूज। तो किसी भी त्रिभुज ਦੇ ਵਿੱਚ ਜਿਹੜਾ ਕर्ण ਹੁੰਦਾ ਹੈ ਉਹ ਹਮੇਸ਼ਾ ਲੰਬੀ ਭੁਜਾ ਹੁੰਦਾ ਹੈ, ਠੀਕ ਹੈ। ਕਿਸੇ ਵੀ त्रिभुज ਦੇ ਵਿੱਚ ਜਿਹੜੀ ਸਭ ਤੋਂ ਲੰਬੀ ਭੁਜਾ ਹੁੰਦੀ ਹੈ ਉਹ ਕर्ण ਹੀ ਹੁੰਦੀ ਹੈ। ਇਹ ਆਪਣੇ ਕੋਲ ਲੰਬ ਹੈ और ये ਸਾਡੇ ਕੋਲ कर्ण है, ठीक। तो लंब कर्ण तो हमेशा छोटा ही ਹੁੰਦਾ ਹੈ। ਅਸੀਂ ਜੇ ਕਰਨ ਨੂੰ ਆਧਾਰ ਨੂੰ ਛੋਟਾ ਕਰਦੇ ਜਾਈਏ ਤਾਂ ਕਰਨ ਦੀ ਜਿਹੜੀ ਕੀਮਤ ਹੈ, ਕਰਨ ਦੀ ਜਿਹੜੀ ਲੰਬਾਈ ਹੈ ਉਹ ਲੰਬ ਦੇ ਨੇੜੇ ਤੇੜੇ ਤਾਂ ਹੁੰਦੀ ਜਾਏਗੀ ਪਰ ਕਦੇ ਵੀ ਲੰਬ ਤੋਂ ਛੋਟੀ ਨਹੀਂ ਹੋਏਗੀ, ਠੀਕ ਹੈ। ਜੇ ਅਸੀਂ ਆਧਾਰ ਬਹੁਤ ਛੋਟਾ ਕਰ ਦਿੰਦੇ ਹਾਂ ਛੋਟੀ ਤ੍ਰਿਭੁਜ ਦੇ ਵਿੱਚ ਦੇਖੋ ਤਾਂ ਕਰਨ ਤੇ ਲੰਬ ਜਿਹੜੇ ਲਗਭਗ ਤੁਹਾਨੂੰ ਦੇਖਣ ਨੂੰ ਇੱਕੋ ਜਿਹੇ ਲੱਗਣਗੇ, ਠੀਕ ਹੈ। ਕਰਨ ਜਿਹੜਾ ਲੰਬ ਤੋਂ ਛੋਟਾ ਨਹੀਂ ਕਦੇ ਹੋ ਸਕਦਾ, ਹਮੇਸ਼ਾ ਵੱਡਾ ਹੀ ਰਹੇਗਾ। बस किते ये हो सकता है आधार ਨੂੰ ਅਸੀਂ ਛੋਟਾ ਕਰਦੇ ਜਾਈਏ ਤਾਂ ਕਰਨ ਸਾਨੂੰ ਲੰਬ ਦੇ ਬਿਲਕੁਲ ਇੱਕੋ ਜਿਹਾ ਲੱਗੇਗਾ ਪਰ ਉਹਦੇ ਤੋਂ ਛੋਟਾ ਨਹੀਂ ਕਦੇ ਵੀ ਹੋਏਗਾ, ਠੀਕ ਹੈ। ਤਾਂ ਜਦੋਂ ਵੀ ਸਾਡੇ ਕੋਲ ਕਿਸੇ ਵੀ ਪ੍ਰਮੇय ਸੰਖਿਆ ਦੇ ਵਿੱਚ ਫ੍ਰੈਕਸ਼ਨ ਦੇ ਵਿੱਚ ਜਿਹੜਾ ਅੰਸ਼ ਹੈ ਉਹ ਛੋਟਾ ਹੁੰਦਾ ਹੈ, ਹਰ ਵੱਡਾ ਹੁੰਦਾ ਤੇ ਇਹਦੀ ਕੀਮਤ ਕਦੇ ਵੀ 1 ਤੋਂ ਵੱਧ ਨਹੀਂ ਸਕਦੀ, ਠੀਕ ਹੈ। ਤਾਂ ਇਹ ਹਮੇਸ਼ਾ ਸਾਡੇ ਕੋਲ 1 ਜਾਂ 1 ਤੋਂ ਛੋਟਾ ਹੀ ਰਹੇਗਾ ਸਾਈਨ, ਠੀਕ ਹੈ। ਤਾਂ ਸਾਈਨ ਇਹਦਾ ਮੁੱਲ ਕਦੇ ਵੀ 1 ਤੋਂ ਵੱਧ ਨਹੀਂ ਹੁੰਦਾ, ਇਹ ਸਹੀ ਹੈ। cos ਇਹਦਾ ਮੁੱਲ ਕਦੇ ਵੀ 1 ਤੋਂ ਵੱਧ ਨਹੀਂ ਹੁੰਦਾ, ਇਹ ਵੀ ਬਿਲਕੁਲ सही है। सीकेंट ए या कोसीकेंट ए ਦਾ ਮੁੱਲ ਹਮੇਸ਼ਾ 1 ਜਾਂ 1 ਤੋਂ ਵੱਧ ਹੁੰਦਾ ਹੈ, ਸਹੀ ਜਾਂ ਗਲਤ। ਵੈਸੇ ਇਹਦੇ 'ਚ ਇੱਕ ਚੀਜ਼ ਜਿਹੜੀ ਦੇਖਣ ਵਾਲੀ ਹੈ ਉਹ ਇਹ ਹੈ ਕਿ ਸੀਕੈਂਟ ਤੇ ਕੋਸੀਕੈਂਟ ਦਾ ਮੁੱਲ ਇਹ ਸਹੀ ਹੈ ਕਿ 1 ਜਾਂ 1 ਤੋਂ ਜ਼ਿਆਦਾ ਹੁੰਦਾ ਹੈ, ਠੀਕ ਹੈ। ਸੀਕੈਂਟ ए ਦਾ ਮੁੱਲ ਜਾਂ ਕੋਸੀਕੈਂਟ A ਦੀ ਆਪਾਂ ਗੱਲ ਕਰ ਲਈਏ, ਠੀਕ ਹੈ। ਪਰ ਇਹਦੇ ਨਾਲ ਇੱਕ ਚੀਜ਼ ਹੋਰ ਵੀ ਹੈ, ਉਹ ਕੀ ਹੈ ਕਿ ਇਹਨਾਂ ਦਾ ਜਿਹੜਾ ਮੁੱਲ ਹੈ ਉਹ -1 ਜਾਂ -1 ਤੋਂ ਛੋਟਾ ਵੀ ਹੁੰਦਾ ਹੈ, ਛੋਟਾ ਵੀ ਹੋ ਸਕਦਾ ਹੈ, ਠੀਕ ਹੈ। -1 ਜਾਂ 1 ਤੋਂ ਛੋਟਾ ਵੀ ਹੋ ਸਕਦਾ ਹੈ। ਹੁਣ ਇਹਦੇ ਵਿੱਚ ਜੇ ਤਾਂ ਅਸੀਂ ਕੋਣ ਜਿਹੜਾ ਹੈ ਉਹ 0 ਡਿਗਰੀ ਤੋਂ 90 ਡਿਗਰੀ ਤੱਕ ਹੀ ਲੈਂਦੇ ਹਾਂ, ਠੀਕ ਹੈ। ਫਿਰ ਤੇ ਹਮੇਸ਼ਾ ਇਹਨਾਂ ਦੀ ਜਿਹੜੀ ਕੀਮਤ ਹੈ ਉਹ 1 ਜਾਂ 1 ਤੋਂ ਵੱਧ ਹੀ ਹੋਏਗੀ, ਉਸ ਤੋਂ ਘੱਟ ਕਦੇ ਵੀ ਨਹੀਂ ਹੋਏਗੀ, ਮਤਲਬ ਨੈਗੇਟਿਵ ਨਹੀਂ ਹੋਏਗੀ, ਇਹ ਵਾਲਾ ਪੋਰਸ਼ਨ ਉਹਦੇ ਵਿੱਚ ਨਹੀਂ ਆਉਂਦਾ, ਠੀਕ ਹੈ। तो क्योंकि ਅਸੀਂ 10th ਕਲਾਸ ਤੱਕ ਸਿਰਫ 0 ਤੋਂ 90 ਡਿਗਰੀ ਦੇ ਕੋਣਾਂ ਦੀ ਹੀ ਗੱਲ ਕਰਦੇ ਹਾਂ ਤਾਂ ਉਹਦੇ ਲਈ ਇਹ ਜਿਹੜੀ ਸਟੇਟਮੈਂਟ ਹੈ ਉਹ ਸਹੀ ਹੈ ਕਿ ਸੀਕੈਂਟ ਤੇ ਕੋਸੀਕੈਂਟ ਦਾ ਜਿਹੜਾ ਮੁੱਲ ਹੈ ਉਹ ਹਮੇਸ਼ਾ 1 ਜਾਂ 1 ਤੋਂ ਵੱਧ ਹੁੰਦਾ ਹੈ, ਠੀਕ ਹੈ। ਬਟ ਹਾਇਰ ਕਲਾਸਿਸ ਦੇ ਵਿੱਚ ਜਦੋਂ ਅਸੀਂ 0 90 ਡਿਗਰੀ ਤੋਂ ਅੱਗੇ ਦੇ ਕੋਣਾਂ ਦੇ ਬਾਰੇ ਗੱਲ ਕਰਾਂਗੇ ਜਾਂ 0 ਤੋਂ 90 ਡਿਗਰੀ ਦੇ 0 ਤੋਂ ਹੇਠਾਂ ਜਿਹੜੇ ਕੋਣ ਨੇ ਸਾਡੇ ਕੋਲ ਨੈਗੇਟਿਵ ਕੋਣ ਨੇ, ਠੀਕ ਹੈ, ਨੈਗੇਟਿਵ ਐਂਗਲਸ ਨੇ ਉਹਨਾਂ ਦੀ ਗੱਲ ਕਰਾਂਗੇ ਤਾਂ ਉਹਦੇ ਵਾਸਤੇ ਸਾਡੇ ਕੋਲ ਜਿਹੜੀਆਂ ਕੀਮਤਾਂ ਨੇ ਸੀਕੈਂਟ ਦੇ ਕੋਸੀਕੈਂਟ ਏ ਦੀਆਂ ਉਹ -1 ਤੋਂ ਛੋਟੀਆਂ, -1 ਜਾਂ -1 ਤੋਂ ਛੋਟੀਆਂ ਵੀ ਹੋ ਜਾਂਦੀਆਂ ਨੇ, ਠੀਕ ਹੈ। ਤੋ
10th क्लास ਦੇ ਲਈ ਜਿਹੜਾ ਉੱਤਰ ਹੈ ਉਹ ਇਹ ਸਹੀ ਰਹੇਗਾ ਕਿ ਇਹਦੀ ਕੀਮਤ ਜਿਹੜੀ ਹੈ ਉਹ ਸਾਡੇ ਕੋਲ ਹਮੇਸ਼ਾ 1 ਜਾਂ 1 ਤੋਂ ਵੱਧ ਹੁੰਦੀ ਹੈ, ਕਿਉਂਕਿ ਆਪਾਂ ਸਾਈਨ ਔਰ ਕੋਸ ਦੇ ਕੁਐਸਚਨ ਵੀ ਉਹ ਵੀ 0 ਤੋਂ 90 ਡਿਗਰੀ ਦੇ ਕੋਣਾਂ ਦੇ ਲਈ ਹੀ ਇਹਦੇ ਹਿਸਾਬ ਦੇ ਨਾਲ ਹੀ ਕਰਦੇ ਹਾਂ। ਠੀਕ ਹੈ, ਚੱਕਰ ਦਾ ਘੇਰਾ ਵਟਾ ਚੱਕਰ ਦਾ ਵਿਆਸ। ਹੁਣ ਚੱਕਰ ਦਾ ਜਿਹੜਾ ਘੇਰਾ ਹੁੰਦਾ ਹੈ ਉਹ ਹੁੰਦਾ ਸਾਡੇ ਕੋਲ 2 ਪਾਈ ਆਰ, ਔਰ ਜਿਹੜਾ ਚੱਕਰ ਦਾ ਵਿਆਸ ਹੈ ਉਹ ਸਾਡੇ ਕੋਲ ਹੁੰਦਾ ਹੈ d, ਜਾਂ ਇਹਨੂੰ ਅਸੀਂ 2r ਲਿਖ ਸਕਦੇ ਹਾਂ। ਠੀਕ ਹੈ, ਰੇਡੀਅਸ ਦਾ ਡਬਲ, ਤੋਂ r ਦੇ ਨਾਲ r, 2 ਦੇ ਨਾਲ 2 ਕੱਟਿਆ ਗਿਆ, ਸਾਡੇ ਕੋਲ ਪਾਈ ਹੁੰਦਾ ਹੈ। ਠੀਕ, ਔਰ ਇਹਨੂੰ ਇੱਕ ਚੀਜ਼ ਐਵੇਂ ਵੀ ਤੁਸੀਂ ਯਾਦ ਰੱਖਣੀ ਹੈ ਕਿ ਜਿਹੜੀ ਪਾਈ ਹੈ ਐਕਚੁਅਲ ਦੇ ਵਿੱਚ ਇਹ ਸਾਡੇ ਕੋਲ ਰੇਸ਼ੋ ਹੁੰਦੀ ਹੈ ਚੱਕਰ ਦੇ ਘੇਰੇ ਤੇ ਚੱਕਰ ਦੇ ਵਿਆਸ ਦੀ। ਠੀਕ ਹੈ, ਚੱਕਰ ਦੇ ਘੇਰੇ ਤੇ ਚੱਕਰ ਦੇ ਵਿਆਸ ਦਾ ਜਿਹੜਾ ਅਨੁਪਾਤ ਹੈ ਉਹ ਪਾਈ ਦੇ ਇਕੁਅਲ ਹੁੰਦਾ ਹੈ ਹਮੇਸ਼ਾ। ਪਾਈ, ਇਹਨੂੰ ਹੀ ਅਸੀਂ ਇਸ ਅਨੁਪਾਤ ਨੂੰ ਹੀ ਪਾਈ ਮੰਨਦੇ ਹਾਂ। ਠੀਕ ਹੈ, ਜਿਵੇਂ ਨਹੀਂ ਯਾਦ ਰਹਿੰਦਾ ਤੇ ਫਾਰਮੂਲੇ ਜਿਹੜੇ ਆਪਣੇ ਧਿਆਨ ਦੇ ਵਿੱਚ ਹੁੰਦੇ ਆ 2πr/2r ਇਹ ਕਰਕੇ ਦੇਖ ਸਕਦੇ ਹੋ, ਉਹਦੇ ਨਾਲ ਵੀ ਤੁਹਾਡੇ ਕੋਲ ਆਨਸਰ ਹੈ ਜਿਹੜਾ ਇਹਦਾ ਪਾਈ ਹੀ ਪ੍ਰਾਪਤ ਹੋ ਜਾਏਗਾ। ਠੀਕ ਹੈ, ਚੱਕਰ ਜਿਸ ਦਾ ਅਰਧ ਵਿਆਸ r ਹੋਵੇ, ਅਰਧ ਵਿਆਸੀ ਖੰਡ ਦੇ ਖੇਤਰਫਲ ਦਾ ਸੂਤਰ ਲਿਖੋ। ਠੀਕ ਹੈ, तो अगर ਸਾਡੇ ਕੋਲ ਇੱਥੇ ਕੋਈ ਚੱਕਰ ਹੈ ਆਪਾਂ ਬਣਾ ਲੈਂਦੇ ਹਾਂ। ਠੀਕ, ਔਰ ਇਹਦੇ ਵਿੱਚ ਇਹਦਾ ਅਰਧ ਵਿਆਸ ਜਿਹੜਾ ਉਹ ਸਾਨੂੰ r ਦਿੱਤਾ ਗਿਆ। ਅਰਧ ਵਿਆਸੀ ਖੰਡ ਦਾ ਕੀ ਭਾਵ ਹੁੰਦਾ ਹੈ ਕਿ ਇੱਕ ਇਹ ਅਰਧ ਵਿਆਸ, ਇੱਕ ਹੋਰ ਆਪਾਂ ਅਰਧ ਵਿਆਸ ਬਣਾ ਲੈਂਦੇ ਹਾਂ। ਠੀਕ ਹੈ, तो ਇਹ ਦੋਨੋਂ ਅਰਧ ਵਿਆਸ ਇਹ ਜਿਹੜਾ ਪੋਰਸ਼ਨ ਕੱਟ ਕਰਦੇ ਨੇ, ਇਹ ਵਾਲਾ ਪੋਰਸ਼ਨ, ਇਹਨੂੰ ਅਸੀਂ ਚੱਕਰੀ ਅਰਧ ਵਿਆਸੀ ਖੰਡ ਬੋਲਦੇ ਹਾਂ। ਅਰਧ ਵਿਆਸੀ ਖੰਡ। ਠੀਕ ਹੈ, ਔਰ ਇਸ ਦਾ ਜਿਹੜਾ ਖੇਤਰਫਲ ਹੈ ਉਹ ਸਾਡੇ ਕੋਲ ਹੁੰਦਾ ਹੈ πr² ਪੂਰੇ ਚੱਕਰ ਦਾ ਖੇਤਰਫਲ ਗੁਣਾ θ/360 ਡਿਗਰੀ। ਠੀਕ ਹੈ, ਔਰ ਇਹਦੇ 'ਚ ਜਿਹੜਾ ਕੋਣ ਥੀਟਾ ਹੈ ਉਹ ਸਾਡੇ ਕੋਲ ਇਹ ਦੋਨੋਂ ਅਰਧ ਵਿਆਸਾਂ ਦੇ ਵਿਚਕਾਰ ਵਾਲਾ ਜਿਹੜਾ ਕੋਣ ਹੁੰਦਾ ਥੀਟਾ, ਇੱਥੇ ਜਿਹੜਾ ਕੋਣ ਬਣਦਾ ਹੈ ਉਹਨੂੰ ਅਸੀਂ ਥੀਟਾ ਮੰਨਦੇ ਹਾਂ। ਠੀਕ ਹੈ, ਇਹ ਅਰਧ ਵਿਆਸੀ ਖੰਡ ਹੈ। ਅੱਗੇ ਅਸੀਂ ਚੱਕਰੀ ਖੰਡ ਦੀ ਵੀ ਗੱਲ ਕਰਾਂਗੇ। ਇੱਕ ਚੱਕਰੀ ਖੇਤਰ ਦਾ ਉਹ ਭਾਗ ਜੋ ਦੋ ਅਰਧ ਵਿਆਸਾਂ ਸੰਗਤ ਚਾਪ ਨਾਲ ਘਿਰ ਕੇ ਬਣਿਆ ਹੋਵੇ ਉਸ ਨੂੰ ਆਪਾਂ ਹੁਣੇ ਗੱਲ ਕਰਕੇ ਆਏ ਹਾਂ। ਇਹ ਜਿਹੜਾ ਆਹ ਵਾਲਾ ਖੰਡ ਹੈ ਇਹ ਦੋ ਅਰਧ ਵਿਆਸਾਂ, ਇਹ ਵਾਲਾ ਅਰਧ ਵਿਆਸ, ਇਹ ਵਾਲਾ ਅਰਧ ਵਿਆਸ ਤੇ ਇੱਕ ਚਾਪ, ਤਿੰਨਾਂ ਦੇ ਨਾਲ ਮਿਲ ਕੇ ਬਣਿਆ ਇਹਨੂੰ ਅਸੀਂ ਅਰਧ ਵਿਆਸੀ ਖੰਡ ਬੋਲਦੇ ਹਾਂ। ਠੀਕ ਹੈ, ਤਾਂ ਇਹਦਾ ਉੱਤਰ ਸਾਡੇ ਕੋਲ ਕੀ ਆਏਗਾ? ਅਰਧ ਵਿਆਸੀ ਖੰਡ। ਇਹਨੂੰ ਅਸੀਂ ਸੈਕਟਰ ਬੋਲਦੇ ਹਾਂ ਇੰਗਲਿਸ਼ ਦੇ ਵਿੱਚ। ਠੀਕ ਹੈ, ਮਾਈਨਰ ਸੈਕਟਰ ਜਾਂ ਮੇਜਰ ਸੈਕਟਰ। ਹਾਂਜੀ, ਕੋਣ ਥੀਟਾ ਵਾਲੇ ਅਰਧ ਵਿਆਸੀ ਖੰਡ ਦੀ ਚਾਪ ਦੀ ਲੰਬਾਈ ਪਤਾ ਕਰਨ ਦਾ ਸੂਤਰ ਲਿਖੋ। ਠੀਕ ਹੈ, ਇਸੇ ਹੀ ਅਰਧ ਵਿਆਸੀ ਖੰਡ ਦੇ ਵਿੱਚ ਇਹ ਜਿਹੜੀ ਚਾਪ ਹੈ ਇਹਨੂੰ ਅਗਰ ਅਸੀਂ ਬਿੰਦੂ A ਮੰਨ ਲਈਏ, ਇਸ ਬਿੰਦੂ ਨੂੰ ਆਪਾਂ B ਮੰਨ ਲਈਏ, ਤਾਂ AB ਚਾਪ ਦੀ ਜਿਹੜੀ ਲੰਬਾਈ ਹੈ ਉਹ ਸਾਡੇ ਕੋਲ ਕੀ ਹੁੰਦੀ ਹੈ? ਅਗਰ ਤਾਂ ਅਸੀਂ ਖੇਤਰਫਲ ਪੂਰਾ ਕੱਢਦੇ ਹਾਂ ਤੇ πr² ਮਤਲਬ ਚੱਕਰ ਦੇ ਖੇਤਰਫਲ ਨੂੰ θ/360 ਡਿਗਰੀ ਦੇ ਨਾਲ ਗੁਣਾ ਕਰ ਦਿਓ। ਬਟ ਅਗਰ ਅਸੀਂ ਸਿਰਫ ਚਾਪ ਦੀ ਲੰਬਾਈ ਲਿਖਣੀ ਹੈ, AB ਚਾਪ ਦੀ ਲੰਬਾਈ, ਤਾਂ ਉਹ ਸਾਡੇ ਕੋਲ ਕੀ ਹੁੰਦੀ ਹੈ? ਚੱਕਰ ਦਾ ਘੇਰਾ 2πr ਗੁਣਾ θ/360 ਡਿਗਰੀ। ਠੀਕ, तो ਇਹਦਾ ਜਿਹੜਾ ਉੱਤਰ ਚਾਪ ਦੀ ਲੰਬਾਈ ਸਾਡੇ ਕੋਲ ਕੀ ਆ ਜਾਏਗੀ? 2πr ਮਤਲਬ ਚੱਕਰ ਦਾ ਘੇਰਾ ਗੁਣਾ θ/360 ਡਿਗਰੀ। ਹਾਂਜੀ, ਅਰਧ ਵਿਆਸ r ਵਾਲੇ ਚੱਕਰ ਦੇ ਅਰਧ ਵਿਆਸੀ ਖੰਡ ਦਾ ਖੇਤਰਫਲ ਜਿਸ ਦਾ ਕੋਣ p ਡਿਗਰੀ ਹੋਵੇ। ਹੁਣ ਇਹਦੇ ਬਾਰੇ ਆਪਾਂ ਗੱਲ ਕਰਕੇ ਆਏ ਹਾਂ ਪਹਿਲਾਂ ਹੀ। ਇੱਥੇ ਸਾਡੇ ਕੋਲ ਦੋ ਅਰਧ ਵਿਆਸ ਜਿਨ੍ਹਾਂ ਦੇ ਵਿਚਲਾ ਜਿਹੜਾ ਕੋਣ ਹੈ ਉਹ ਸਾਨੂੰ p ਡਿਗਰੀ ਦਿੱਤਾ ਹੋਇਆ। तो इस जरा खंड का खेत्रफल साढ़े कोल की हो जाएगा πr² और p डिग्री मतलब θ/360 डिग्री। ठीक, तो ਅਸੀਂ ਦੇਖਦੇ ਹਾਂ ਇਹਦੇ ਵਿੱਚੋਂ ਜਿਹੜੀਆਂ ਚਾਰ ਆਪਸ਼ਨ ਸਾਨੂੰ ਦਿੱਤੀਆਂ ਉਹਦੇ ਵਿੱਚੋਂ ਕਿਹੜੀ ਆਪਸ਼ਨ ਹੈ ਜਿਹੜੀ ਇਹਦੇ ਬਰਾਬਰ ਬਣਦੀ ਹੈ। ਹੁਣ ਇਹਦੇ ਵਿੱਚ ਤਾਂ ਪਹਿਲਾਂ πr² ਹੈ ਨਹੀਂ, ਤਾਂ ਇਹ ਤਾਂ ਹੋ ਨਹੀਂ ਸਕਦਾ। ਇਹਦੇ ਵਿੱਚ ਵੀ r² ਹੈ ਨਹੀਂ, ਇਹ ਵੀ ਹੋ ਨਹੀਂ ਸਕਦਾ। ਇਹਦੇ ਵਿੱਚ πr² ਹੈ ਪਰ ਨਾਲ ਸਾਡੇ ਕੋਲ p/180 ਹੈ। ਠੀਕ ਹੈ, p डिग्री बटा 180 डिग्री, तो ਇਹ ਵੀ ਗਲਤ ਹੈ ਜਦ ਕਿ ਸਾਨੂੰ p/360 ਚਾਹੀਦਾ ਹੈ। ਇਹਦੇ ਵਿੱਚ ਹੁਣ πr² ਹੈ ਪਰ ਇੱਥੇ p/720 ਹੈ, ਪਰ ਇਹ 720 ਦੇ ਨਾਲ ਇੱਥੇ 2 ਵੀ ਦਿੱਤਾ ਹੋਇਆ। ਇਹ ਦੋ ਨੂੰ ਜੇ ਅਸੀਂ 720 ਦੇ ਨਾਲ 720 ਨੂੰ 2 ਨਾਲ ਕੱਢੀਏ ਤਾਂ ਸਾਡੇ ਕੋਲ 360 ਡਿਗਰੀ ਬਣ ਜਾਂਦਾ। ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਐਕਸਪ੍ਰੈਸ਼ਨ ਹੈ ਉਹ ਐਕਚੁਅਲ ਦੇ ਵਿੱਚ p/360 ਡਿਗਰੀ ਗੁਣਾ πr² ਪਾਵੇ ਦੇ ਇਕੁਅਲ ਹੀ ਹੈ। ਤਾਂ ਡੀ ਆਪਸ਼ਨ ਜਿਹੜੀ ਹੈ ਬਿਲਕੁਲ ਸਹੀ ਆਪਸ਼ਨ ਹੈ। ਚੱਕਰ ਦੇ ਚੱਕਰ ਖੰਡ ਦਾ ਖੇਤਰਫਲ। ਹੁਣ ਚੱਕਰੀ ਖੰਡ ਜਿਹੜਾ ਚੱਕਰ ਖੰਡ ਉਹ ਕਿਹੜਾ ਹੁੰਦਾ? ਅਗਰ ਕਿਸੇ ਚੱਕਰ ਨੂੰ ਅਸੀਂ ਇਸ ਢੰਗ ਦੇ ਨਾਲ ਕੱਟ ਲੈਂਦੇ ਹਾਂ, ਠੀਕ ਹੈ, ਤਾਂ ਇਹ ਜਿਹੜਾ ਖੰਡ ਬਣਦਾ ਇਹਨੂੰ ਅਸੀਂ ਚੱਕਰ ਖੰਡ ਬੋਲਦੇ ਹਾਂ। ਇਹਦਾ ਜੇ ਖੇਤਰਫਲ ਪਤਾ ਕਰਨਾ ਹੋਵੇ ਤਾਂ ਜੇ ਅਸੀਂ ਦੋ ਅਰਧ ਵਿਆਸਾਂ ਦੇ ਨਾਲ ਅਰਧ ਵਿਆਸੀ ਖੰਡ ਜਿਹੜਾ ਬਣਾਵਾਂਗੇ, ਇਸ ਪੂਰੇ ਅਰਧ ਵਿਆਸੀ ਖੰਡ ਦੇ ਵਿੱਚੋਂ ਜੇ ਇਸ ਤ੍ਰਿਭੁਜ ਦਾ ਖੇਤਰਫਲ ਅਸੀਂ ਮਾਈਨਸ ਕਰ ਦਿੰਦੇ ਹਾਂ
ਤੇ ਸਾਡੇ ਕੋਲ ਇਹ ਚੱਕਰੀ ਖੰਡ ਦਾ ਖੇਤਰਫਲ ਜਿਹੜਾ ਉਹ ਆ ਜਾਂਦਾ ਹੈ। ਠੀਕ ਹੈ, ਚੱਕਰ ਖੰਡ ਜਾਂ ਚੱਕਰੀ ਖੰਡ ਇਹਨੂੰ ਅਸੀਂ ਬੋਲਦੇ ਹਾਂ। ਤੋ ਇਸ ਚੱਕਰੀ ਖੰਡ ਦਾ ਜਿਹੜਾ ਖੇਤਰਫਲ ਹੈ ਉਹ ਕੀ ਹੈ, ਸੰਗਤ ਅਰਧਵਿਆਸੀ ਖੰਡ ਦੇ ਖੇਤਰਫਲ। ਇਹ ਸਾਡੇ ਕੋਲ ਸੰਗਤ ਅਰਧਵਿਆਸੀ ਖੰਡ ਹੈ ਇੱਥੇ ਪੂਰਾ। ਠੀਕ ਹੈ, ਰੈੱਡ ਦੇ ਵਿੱਚ ਥੋੜਾ ਮੈਂ ਸ਼ੋ ਕਰ ਦਿੰਦਾ ਆਹ ਵਾਲਾ। ਇਹ ਪੂਰਾ ਸਾਡੇ ਕੋਲ ਅਰਧਵਿਆਸੀ ਖੰਡ ਹੈ, ਇਸ ਚੱਕਰ ਖੰਡ ਦੇ ਕੋਰਸਪੋਂਡਿੰਗ ਹੈ ਜਿਹੜਾ। ਇਸ ਪੂਰੇ ਖੇਤਰਫਲ ਦੇ ਵਿੱਚੋਂ ਅਸੀਂ ਇਹ ਤ੍ਰਿਭੁਜ ਦਾ ਖੇਤਰਫਲ ਜਿਹੜਾ ਮਾਈਨਸ ਕਰ ਦੇਣਾ ਹੈ। ਔਰ ਅਗਰ ਸਾਡੇ ਕੋਲ ਕੋਣ ਇੱਥੇ ਥੀਟਾ ਬਣਦਾ ਹੈ ਤਾਂ ਇਸ ਤ੍ਰਿਭੁਜ ਦਾ ਜਿਹੜਾ ਖੇਤਰਫਲ ਹੈ ਆਪਣੇ ਕੋਲ ਉਹ ਹੁੰਦਾ ਹੈ 1/2 r ਸਕੁਆਇਰ ਸਾਈਨ ਥੀਟਾ। ਠੀਕ ਹੈ, 1/2 r ਸਕੁਆਇਰ ਸਾਈਨ ਥੀਟਾ। ਤੋ ਇਹ ਸਾਡੇ ਕੋਲ ਫਾਰਮੂਲਾ ਇਹਦਾ ਧਿਆਨ ਦੇ ਵਿੱਚ ਰੱਖਾਂਗੇ ਆਪਾਂ। ਜਦੋਂ ਕਿਸੇ ਸ਼ੰਕੂ ਨੂੰ ਉਸਦੇ ਆਧਾਰ ਦੇ ਸਮਤਲ ਕਿਸੇ ਤਲ ਦੁਆਰਾ ਕੱਟ ਕੇ ਇੱਕ ਛੋਟਾ ਸ਼ੰਕੂ ਹਟਾ ਦਿੰਦੇ ਹਾਂ ਤਾਂ ਬਾਕੀ ਠੋਸ ਬਚਦਾ ਹੈ। ਉਸ ਸ਼ੰਕੂ ਦਾ ਇੱਕ ਛਿੰਨਕ ਕਹਾਂਦਾ ਹੈ। ਛਿੰਨਕ ਬੋਲਦੇ ਇਹਨੂੰ ਆਪਾਂ। ਠੀਕ ਹੈ, ਤੇ ਚੀਚਾ ਆਏਗਾ, ਚੀਚਾ ਛਿੰਨਕ ਫਰਸਟਰਮ ਇੰਗਲਿਸ਼ ਦੇ ਵਿੱਚ ਆਪਾਂ ਬੋਲਦੇ ਹਾਂ। ਠੀਕ ਹੈ, ਅਗਰ ਇਹ ਆਪਣੇ ਕੋਲ ਇੱਥੇ ਕੋਣ ਹੈ ਛੋਟਾ ਜਿਹਾ ਆਪਾਂ ਬਣਾ ਲੈਂਦੇ ਇੱਕ। ਠੀਕ, ਇਹਦਾ ਆਧਾਰ ਹੈ। ਤੋ ਇਸ ਕੋਣ ਦੇ ਵਿੱਚੋਂ ਜੇਕਰ ਅਸੀਂ ਇੱਥੇ ਇਹਨੂੰ ਕੱਟ ਦਿੰਦੇ ਹਾਂ ਔਰ ਇਹ ਜਿਹੜਾ ਉੱਪਰ ਵਾਲਾ ਸ਼ੰਕੂ ਹੈ, ਉੱਪਰ ਵਾਲਾ ਪੋਰਸ਼ਨ ਹੈ, ਇਹਨੂੰ ਆਪਾਂ ਹਟਾ ਦਿੰਦੇ ਹਾਂ। ਠੀਕ, ਤਾਂ ਇਹ ਨੀਚੇ ਵਾਲਾ ਜਿਹੜਾ ਪੋਰਸ਼ਨ ਬਚਦਾ ਹੈ ਇਹਨੂੰ ਅਸੀਂ ਸ਼ੰਕੂ ਦਾ ਛਿੰਨਕ ਬੋਲਦੇ ਹਾਂ। ਠੀਕ, ਸ਼ੰਕੂ ਦੇ ਛਿੰਨਕ ਦੇ ਆਇਤਨ ਦਾ ਸੂਤਰ ਲਿਖੋ। ਕੋਣ ਦਾ ਜਿਹੜਾ ਆਇਤਨ ਹੁੰਦਾ ਸਾਡੇ ਕੋਲ 1/3 ਪਾਈ ਆਰ ਸਕੁਆਇਰ ਐਚ। ਠੀਕ ਹੈ, ਪਾਈ ਆਰ ਸਕੁਆਇਰ ਐਚ। ਤੋ ਐਚ ਉਹੀ ਪਾਈ ਐਚ ਉਹੀ ਰਹੇਗਾ। ਆਰ ਸਕੁਆਇਰ ਦੀ ਜਗ੍ਹਾ ਤੇ ਸਾਡੇ ਕੋਲ ਕੈਪੀਟਲ ਆਰ ਸਕੁਆਇਰ, ਮਤਲਬ ਇੱਕ ਆਧਾਰ ਜਿਹੜਾ ਵੱਡਾ ਹੈ ਉਹਦੇ ਅਰਧ ਵਿਆਸ ਦਾ ਸਕੁਆਇਰ ਜਮਾ ਛੋਟੇ ਅਰਧ ਵਿਆਸ ਦਾ ਸਕੁਆਇਰ ਜਮਾ ਆਰ। ਠੀਕ ਹੈ, ਇਹ ਸਾਡੇ ਕੋਲ ਫਾਰਮੂਲਾ ਹੁੰਦਾ ਹੈ। ਇਹਦੇ ਵਿੱਚ ਭਾਵ ਇਹ ਮਤਲਬ ਇਹ ਜਿਹੜਾ ਨੀਚੇ ਵਾਲਾ ਅਰਧ ਵਿਆਸ ਹੈ ਇਹਨੂੰ ਅਸੀਂ ਕੈਪੀਟਲ ਆਰ ਮੰਨ ਸਕਦੇ ਹਾਂ। ਠੀਕ ਹੈ, ਛੋਟਾ ਜਿਹੜਾ ਅਰਧ ਵਿਆਸ ਹੈ ਇਹਨੂੰ ਅਸੀਂ ਆਰ ਮੰਨ ਸਕਦੇ ਹਾਂ। ਔਰ ਇਹ ਜਿਹੜੀ ਹਾਈਟ ਹੈ ਆਪਣੇ ਕੋਲ ਇਹਨੂੰ ਐਚ ਮੰਨ ਸਕਦੇ ਹਾਂ। ਇਹਦੇ ਕੋਰਸਪੋਂਡਿੰਗ ਸਾਡੇ ਕੋਲ ਜਿਹੜਾ ਆਇਤਨ ਦਾ ਫਾਰਮੂਲਾ ਇਹ ਵਾਲਾ ਬਣ ਜਾਂਦਾ ਹੈ। ਠੀਕ, ਸ਼ੰਕੂ ਦੇ ਛਿੰਨਕ ਦੀ ਵਕਰ ਸਤ੍ਹਾ ਦੇ ਖੇਤਰਫਲ ਦਾ ਸੂਤਰ ਪਤਾ ਕਰੋ। ਠੀਕ ਹੈ, ਤੋ ਵੈਸੇ ਕੋਣ ਦਾ ਜਿਹੜਾ ਵਕਰ ਸਤ੍ਹਾ ਦਾ ਖੇਤਰਫਲ ਉਹ ਸਾਡੇ ਕੋਲ ਪਾਈ ਆਰ ਐਲ ਹੁੰਦਾ ਹੈ। ਠੀਕ ਹੈ, ਐਲ ਇਹਦੇ ਸਾਡੇ ਕੋਲ ਇਹ ਸਲਾਂਟ ਹਾਈਟ ਹੈ ਜਿਹੜੀ ਉਹ ਹੋਏਗੀ। ਠੀਕ, ਤੋ ਅਗਰ ਅਸੀਂ ਇਹ ਸਾਡੇ ਕੋਲ ਸ਼ੰਕੂ ਦੇ ਕੇਸ ਦੇ ਵਿੱਚ ਆਪਾਂ ਗੱਲ ਕੀਤੀ ਹੈ। ਠੀਕ ਹੈ, ਅਗਰ ਅਸੀਂ ਛਿੰਨਕ ਦੇ ਕੇਸ 'ਚ ਗੱਲ ਕਰੀਏ ਤਾਂ ਪਾਈ ਐਲ ਸੇਮ ਰਹੇਗਾ। ਇੱਥੇ ਐਲ ਜਿਹੜੀ ਸਲਾਂਟ ਹਾਈਟ ਬਟ ਆਰ ਦੀ ਜਗ੍ਹਾ ਤੇ ਸਾਡੇ ਕੋਲ ਕੈਪੀਟਲ ਆਰ ਪਲੱਸ ਆਰ ਆ ਜਾਏਗਾ। ਠੀਕ ਹੈ, ਤੋ ਇਹਦਾ ਫਾਰਮੂਲਾ ਜਿਹੜਾ ਸਾਡੇ ਕੋਲ ਕੀ ਬਣ ਜਾਂਦਾ ਪਾਈ कैपिटल आर प्लस स्मॉल आर एल। एल मतलब तिरछी ऊंचाई। शंकु दे छिन्नक दी कुल सतह का खेत्रफल का सूत्र पता करो। हम कुल सतह के लिए देखो ਇਹਦੇ ਵਿੱਚ ਇੱਕ ਤੇ ਸਾਡੇ ਕੋਲ ਇਹ ਵਕਰ ਸਤਹ ਦਾ ਖੇਤਰਫਲ ਹੋ ਗਿਆ, ਉਹ ਤੇ ਆਪਣੇ ਕੋਲ ਹੋ ਗਿਆ ਪਾਈ ਆਰ ਪਲੱਸ ਆਰ ਐਲ। ਠੀਕ ਹੈ, ਫਿਰ ਜਿਹੜਾ ਉੱਪਰ ਵਾਲਾ ਆਧਾਰ ਹੈ ਇਹ ਸਾਡੇ ਕੋਲ ਸਰਕੂਲਰ ਆਧਾਰ ਹੈ। ਠੀਕ ਹੈ, ਇਹਦਾ ਖੇਤਰਫਲ ਸਾਡੇ ਕੋਲ ਪਾਈ ਆਰ ਸਕੁਆਇਰ ਹੋਏਗਾ। ਹੇਠਾਂ ਇਹ ਵੀ ਸਾਡੇ ਕੋਲ ਇੱਕ ਚੱਕਰਾਕਾਰ ਆਧਾਰ ਹੈ, ਇਹਦਾ ਖੇਤਰਫਲ ਵੀ ਪਾਈ ਆਰ ਸਕੁਆਇਰ ਹੋਏਗਾ। ਇੱਥੇ ਅਸੀਂ ਜਿਹੜਾ ਵੱਡੀ ਆਰ ਵਰਤਾਂਗੇ, ਇੱਥੇ ਅਸੀਂ ਛੋਟੀ ਆਰ ਜਿਹੜੀ ਉਹ ਯੂਜ਼ ਕਰ ਲਾਂਗੇ। ਠੀਕ, ਤੋ ਤਿੰਨਾਂ ਨੂੰ ਐਡ ਕਰਾਂਗੇ, ਤਿੰਨਾਂ ਨੂੰ ਜੋੜ ਦਿਆਂਗੇ, ਸਾਡੇ ਕੋਲ ਛਿੰਨਕ ਦੀ ਕੁੱਲ ਸਤਹ ਦਾ ਖੇਤਰਫਲ ਬਣ ਜਾਏਗਾ ਪਾਈ आर प्लस आर एल प्लस पाई आर स्क्वायर, मतलब एक आधार का खेत्रफल पाई आर स्क्वायर दूसरे आधार का खेत्रफल। ठीक है, किसी अगे साडे कोल प्रोबेबिलिटी संभावना दे जिहड़े क्वेश्चन आ जाते हैं। किसी प्रयोग दीयां सारियां मुढ़लियां घटनावां दीयां संभावनावां दा जोड़ हमेशा एक दे बराबर हुंदा है। ठीक, किसी घटना लई ये सच है कि पी ई प्रोबेबिलिटी ऑफ ई इक्वल्स टू 1 माइनस प्रोबेबिलिटी ऑफ ई नॉट। ठीक है, मतलब किसी घटना के होने की जिहड़ी संभावना है वो एक दे विचों जेकर उहदे ना होने की संभावना असीं माइनस कर दईए उहदे बराबर बन जाती है। किसी असंभव घटना की संभावना 0 होती है। ठीक है, किसी निश्चित डेफिनेट जिहड़ा इवेंट है अपने कोल उहदी संभावना 1 होती है। किसी घटना की संभावना 0 तो वड्डी जां उसदे बराबर हुंदी है अते 1 तो छोटी जां उसदे बराबर हुंदी है। ठीक है, प्रोबेबिलिटी जिहड़ी किसी भी इवेंट की है वो हमेशा 1 तो या 1 तो छोटी रहेगी
0 ਜਾਂ 0 ਤੋਂ ਵੱਡੀ ਹੋ ਸਕਦੀ ਹੈ। 0 ਤੋਂ 1 ਦੇ ਵਿਚਕਾਰ ਹੀ ਰਹੇਗੀ, ਕਦੇ ਇਹਦੀ ਕੀਮਤ 1 ਤੋਂ ਵੱਡੀ ਨਹੀਂ ਹੁੰਦੀ ਤੇ 0 ਤੋਂ ਛੋਟੀ ਨਹੀਂ ਹੁੰਦੀ ਪ੍ਰੋਬੇਬਿਲਿਟੀ ਦੀ, ਠੀਕ ਹੈ, ਸੰਭਾਵਨਾ ਦੀ ਕੀਮਤ। ਹੇਠ ਲਿਖਿਆਂ ਵਿੱਚੋਂ ਕਿਹੜੀ ਕਿਸੇ ਘਟਨਾ ਦੀ ਸੰਭਾਵਨਾ ਨਹੀਂ ਹੋ ਸਕਦੀ, ਠੀਕ ਹੈ। ਇਹਦੇ ਵਿੱਚੋਂ ਹੁਣ ਸੰਭਾਵਨਾ ਦੀ ਜਿਵੇਂ ਆਪਾਂ ਗੱਲ ਕਰਕੇ ਆਏ ਕਿ ਸੰਭਾਵਨਾ ਕਦੇ ਵੀ 0 ਤੋਂ ਛੋਟੀ ਨਹੀਂ ਹੁੰਦੀ, 1 ਤੋਂ ਵੱਡੀ ਨਹੀਂ ਹੁੰਦੀ। ਤੋ ਇਹਦੇ ਵਿੱਚੋਂ ਜਿਹੜੀਆਂ ਕੀਮਤਾਂ ਤੁਸੀਂ ਦੇਖ ਸਕਦੇ ਹੋ, ਇਹ ਕੀਮਤ 2/3 ਇਹ 1 ਤੋਂ ਛੋਟੀ ਹੈ, ਠੀਕ ਹੈ, ਔਰ 0.7 ਇਹ ਸਾਡੇ ਕੋਲ 1 ਤੋਂ ਛੋਟਾ ਹੈ। ਹੁਣ ਇਹ ਜਿਹੜੀ ਕੀਮਤ ਹੈ ਇਹ 0 ਤੋਂ ਛੋਟੀ ਹੈ, ਠੀਕ ਹੈ। ਇਹ ਸਾਡੇ ਕੋਲ ਜਿਹੜੀ ਕੀਮਤ ਹੈ 1 ਤੋਂ ਛੋਟੀ ਹੈ ਪਰ 0 ਤੋਂ ਵੱਡੀ ਹੈ, ਵੀ 0 ਤੋਂ ਵੱਡੀ ਹੈ, ਇਹ 0 ਤੋਂ ਵੱਡੀ ਹੈ ਪਰ 1 ਤੋਂ ਛੋਟੀ ਹੈ। ਤੋ ਇਹ ਜਿਹੜੀ ਸੰਭਾਵਨਾ 0 ਤੋਂ ਛੋਟੀ ਹੈ ਨੈਗੇਟਿਵ ਨੰਬਰ ਤੋਂ, ਇਹ ਕਦੇ ਵੀ ਪੋਸੀਬਲ ਨਹੀਂ ਹੈ, ਠੀਕ ਹੈ। ਕਿਸੇ ਵੀ ਘਟਨਾ ਦੀ ਸੰਭਾਵਨਾ ਜਿਹੜੀ ਉਹ -1.5 ਨਹੀਂ ਹੋ ਸਕਦੀ। ਜੇਕਰ PE ਬਰਾਬਰ 0.05 ਹੈ ਤਾਂ PE ਨॉट ਦੀ ਕੀਮਤ ਪਤਾ ਕਰੋ, ਠੀਕ ਹੈ। ਤੋ ਇਹ ਬਹੁਤ ਸੌਖਾ ਹੈ। P ਨॉट E ਮਤਲਬ ਕਿਸੇ ਘਟਨਾ ਦੇ ਨਾ ਹੋਣ ਦੀ ਜਿਹੜੀ ਸੰਭਾਵਨਾ ਹੈ ਉਹ 1 ਦੇ ਵਿੱਚੋਂ ਜੇ ਉਸ ਘਟਨਾ ਦੇ ਹੋਣ ਦੀ ਸੰਭਾਵਨਾ ਆਪਾਂ ਮਾਈਨਸ ਕਰ ਦਈਏ ਸਾਡੇ ਕੋਲ ਉੱਤਰ ਆ ਜਾਏਗਾ, ਠੀਕ ਹੈ, 1 ਮਾਈਨਸ। ਸੋ PE ਆਪਣੇ ਕੋਲ ਕਿੰਨਾ ਹੈ 0.05। ਤੋ 1 ਦੇ ਵਿੱਚੋਂ ਜੇਕਰ ਅਸੀਂ 0.05 ਮਾਈਨਸ ਕਰਾਂਗੇ ਤਾਂ ਉਹ ਸਾਡੇ ਕੋਲ ਕੀ ਆ ਜਾਏਗਾ, ਇੱਥੇ 10 ਆ ਜਾਏਗਾ, ਇੱਥੇ 9 ਆ ਜਾਏਗਾ, ਠੀਕ ਹੈ, 0 ਆ ਜਾਏਗਾ, 5 ਤੇ 9 0.95 ਇਸ ਦਾ ਉੱਤਰ ਜਿਹੜਾ ਸਾਡੇ ਕੋਲੋਂ ਬਣ ਜਾਂਦਾ ਹੈ, ਠੀਕ। ਹੇਠ ਲਿਖੇ ਗੁਣਨਖੰਡ ਰੁੱਖ ਨੂੰ ਪੂਰਾ ਕਰੋ। 36 ਨੂੰ ਅਸੀਂ 2 ਦੇ ਨਾਲ ਭਾਗ ਕਰੀਏ ਤਾਂ ਸਾਡੇ ਕੋਲ 18 ਆ ਜਾਂਦਾ, ਜਾਂ ਕਹ ਲਓ 36 ਨੂੰ ਅਸੀਂ 2 ਗੁਣਾ 18 ਲਿਖ ਸਕਦੇ ਹਾਂ, ਠੀਕ ਹੈ। 18 ਨੂੰ ਇੱਦਾਂ ਹੀ ਅਸੀਂ 2 ਗੁਣਾ 9 ਲਿਖ ਸਕਦੇ ਹਾਂ, 9 ਨੂੰ ਅੱਗੇ 3 ਗੁਣਾ 3 ਲਿਖ ਸਕਦੇ ਹਾਂ, ਠੀਕ ਹੈ। ਤੋ ਇਸ ਖਾਲੀ ਸਥਾਨ ਦੇ ਵਿੱਚ ਸਾਡੇ ਕੋਲ 9 ਜਿਹੜਾ ਉੱਤਰ ਉਹ ਬਣ ਜਾਣਾ ਸੀ, ਠੀਕ ਹੈ। ਸੋ ਵਿਦਿਆਰਥੀਓ ਅਸੀਂ ਬਹੁਤ ਸੌਖੇ ਜਿਹੜੇ ਪੇਪਰ ਦੇ ਵਿਊ ਤੋਂ ਅਗਰ ਦੇਖੀਏ, ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਦੇਖੀਏ, ਇੰਪੋਰਟੈਂਟ ਕੁਐਸਚਨ ਨੇ 56 ਕੁਐਸਚਨ ਜਿਹੜੇ ਆਪਾਂ 1 ਮਾਰਕ ਦੇ ਜਿਹੜੇ ਕੀਤੇ ਨੇ, ਠੀਕ ਹੈ। ਮੈਨੂੰ ਉਮੀਦ ਹੈ ਕਿ ਸਾਰੇ ਕੁਐਸਚਨ ਤੁਸੀਂ ਬਹੁਤ ਧਿਆਨ ਦੇ ਨਾਲ ਦੇਖੇ ਹੋਣਗੇ, ਨੋਟ ਕੀਤੇ ਹੋਣਗੇ। ਤੋ ਇਹਨਾਂ ਨੂੰ ਜ਼ਰੂਰ ਤੁਸੀਂ ਯਾਦ ਵੀ ਰੱਖਣਾ ਹੈ, ਇਹਨਾਂ ਦੀ ਪ੍ਰੈਕਟਿਸ ਵੀ ਕਰਨੀ ਹੈ। ਤੋ ਫਾਈਨਲ ਦੇ ਵਿੱਚ ਸਾਡੇ ਕੋਲ ਜਿਹੜੇ ਇੱਕ ਅੰਕ ਦੇ ਕੁਐਸਚਨ ਨੇ ਸਹੀ ਗਲਤ, ਉਹਨਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਜ਼ਰੂਰ ਤੁਹਾਨੂੰ ਕੁਛ ਨਾ ਕੁਛ ਕੁਐਸਚਨ ਜਿਹੜੇ ਉਹ ਪੁੱਛੇ ਜਾ ਸਕਦੇ ਨੇ, ਠੀਕ ਹੈ ਬੱਚਿਓ। ਲਾਸਟ ਤੱਕ ਵੀਡੀਓ ਦੇਖਣ ਦੇ ਲਈ ਥੈਂਕ ਯੂ। ਫਿਰ ਅਸੀਂ ਕਿਸੇ ਹੋਰ ਵੀਡੀਓ ਦੇ ਵਿੱਚ ਹੋਰ ਕੁਐਸਚਨਸ ਦੇ ਨਾਲ ਫਿਰ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।